ਹੁਣ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਪੰਜਾਬ ਦੇ ਅੰਦਰੂਨੀ ਮੁੱਦੇ ਜਿਨ੍ਹਾਂ ਤੇ ਪੰਜਾਬ ਖੁਦ ਮੁਖਤਿਆਰੀ ਦੀ ਗੱਲ ਕਰਦਾ ਹੈ ਕਿ ਸਾਡੀ ਸਰਕਾਰ ਨੂੰ ਫੈਸਲੇ ਲੈਣ ਦਾ ਹੱਕ ਹੈ ਜੀ, ਇੱਕ ਕਾਂਗਰਸ ਪਾਰਟੀ ਦਾ ਇੰਚਾਰਜ ਮੁੱਖ ਮੰਤਰੀ ਤੋਂ ਇਹ ਸਵਾਲ ਕਿਉਂ ਪੁੱਛੇਗਾ? ਨਵਜੋਤ ਸਿੰਘ ਸਿੱਧੂ ਨੇ ਇਹੋ ਹੀ ਸਵਾਲ ਉੱਥੇ ਉਠਾਇਆ। ਤਾਲਮੇਲ ਕਮੇਟੀ ਦੀ ਮੀਟਿੰਗ ਭਾਵੇਂ ਮੁੱਖ ਮੰਤਰੀ 20 ਵਾਰੀ ਰੱਖ ਲਵੇ, ਮੈਂ ਨਹੀਂ ਜੇ ਉੱਥੇ ਜਾਣਾ। ਕਾਂਗਰਸ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਵਾਸਤੇ ਡਾਕਟਰ ਮਨਮੋਹਨ ਸਿੰਘ ਸਨ ਤੇ ਯੂਪੀ ਦੀ ਚੇਅਰਪਰਸਨ ਤੇ ਕਾਂਗਰਸ ਦੇ ਸਾਰੇ ਫੈਸਲੇ ਲੈਣ ਵਾਲੀ ਬੀਬੀ ਸੋਨੀਆ ਗਾਂਧੀ ਸੀ ਤੇ ਸਿੱਧੂ ਜਨਤਕ ਤੌਰ ਤੇ ਰੌਲੀ ਪਾਉਂਦਾ ਹੈ। ਸਿੱਧੂ ਨੂੰ ਚਾਹੀਦਾ ਹੈ ਕਿ ਮੇਰੇ ਨਾਲ ਗੱਲ ਕਰੇ ਸਿੱਧੀ, ਕੰਮ ਮੈਂ ਕਰਨੇ ਨੇ ਸਾਰੇ। ਰਾਵਤ ਆਖਦੇ ਨੇ ਕਿ ਸਿੱਧੂ ਜਿਹੜੇ ਨੇ ਉਹ ਸੱਤਾ ਵਿਰੋਧ ਦੀ ਰਾਜਨੀਤੀ ਕਰਦੇ ਆਏ ਨੇ। ਹਰੀਸ਼ ਰਾਵਤ ਅੱਗੇ ਕਹਿੰਦੇ ਨੇ ਕਿ ਅਸੀਂ ਸਿੱਧੂ ਨੂੰ ਇਸ ਕਰਕੇ ਬਰਦਾਸ਼ਤ ਕਰਦੇ ਹਾਂ ਕਿਉਂਕਿ ਇੱਕ ਚੰਗੇ ਬੁਲਾਰੇ ਨੇ। ਕਿਸ ਤਰ੍ਹਾਂ ਦੇ ਉੱਥੇ ਸਿਕਿਉਰਿਟੀ ਦੇ ਪ੍ਰਬੰਧ ਹੋਣਗੇ ਕਿ Z+ ਸਿਕਿਉਰਿਟੀ ਵਾਲਾ ਵਿਅਕਤੀ, ਸੁਰੱਖਿਆ ਵਾਲਾ ਵਿਅਕਤੀ ਜਿਸ ਨੂੰ ਮਿਲੀ ਹੋਈ ਹੋਵੇ, ਉਸ ਦੀਆਂ ਫੋਟੋਆਂ ਇੰਨੀ ਆਸਾਨੀ ਨਾਲ ਬਾਹਰ ਆ ਜਾਣ। ਸ਼ਹੀਦਾਂ ਦੇ ਸਮਾਰਕਾਂ ਤੇ ਕਈ ਵਾਰੀ ਉਹਨਾਂ ਦੇ ਸ਼ਹੀਦੀ ਦਿਨ ਆਉਂਦੇ ਨੇ ਤੇ ਫਿਰ ਜਿਹੜੀਆਂ ਸਿਆਸੀ ਪਾਰਟੀਆਂ ਹੁੰਦੀਆਂ ਨੇ ਉਹ ਆਪਣੇ ਪੰਡਾਲ ਲਈ ਤੇ ਜਗ੍ਹਾ ਸੋਹਣੇ ਤਰੀਕੇ ਨਾਲ ਤਿਆਰ ਕਰਦੀਆਂ ਨੇ ਤੇ ਜਿੱਥੇ ਵਿਰੋਧੀਆਂ ਦੇ ਲੱਗਣੇ ਹੁੰਦੇ ਨੇ ਉੱਥੇ ਮੋਟਰਾਂ ਚਲਾ ਕੇ ਪਾਣੀ ਛੱਡ ਦਿੱਤਾ ਜਾਂਦਾ। ਦਿੱਲੀ ਦੇ ਵਿੱਚ ਬੈਠਿਆਂ ਨੂੰ 10 ਮਹੀਨੇ ਪੂਰੇ ਹੋ ਜਾਣੇ ਨੇ ਤੇ ਤੁਹਾਨੂੰ ਟਿਕਟਾਂ ਵੰਡਣ ਦੀ ਤੇ ਰੈਲੀਆਂ ਕਰਨ ਦੀ ਵੋਟਾਂ ਦੀ ਪਈ ਹੋਈ। ਭਾਈ ਯੂਪੀ ਵਾਲਿਓ, ਪੰਜਾਬ ਤੇ ਹਰਿਆਣੇ ਵਾਲੇ ਜਾਗੇ ਹੋਏ ਨੇ ਕਿਸਾਨ, ਤੁਸੀਂ ਵੀ ਉੱਠੋ। ਵੋਟਾਂ ਨੇ ਪੰਜਾਬ ਵਾਲਿਆਂ ਨੇ ਤੇ ਰੌਲਾ ਪਾ ਕੇ ਹਰਿਆਣੇ ਵਾਲਿਆਂ ਤੋਂ 2 ਰੁਪਏ ਉੱਪਰ ਰੇਟ ਲੈ ਲਿਆ ਤੇ ਯੂਪੀ ਵਿੱਚ ਅਜੇ ਵੀ ਪਿਛਲੇ 5 ਸਾਲਾਂ ਤੋਂ 325 ਰੁਪਏ ਰੇਟ ਹੈ। ਸਰਕਾਰ ਜਿਹੜੀ ਹੈ ਧਾਰਾ 144 ਲਾਗੂ ਕਰ ਦਿੰਦੀ ਜਾਂ ਕੋਈ ਹੋਰ ਇਹੋ ਜਿਹਾ ਪ੍ਰਬੰਧ ਕਰ ਦਿੰਦੀ ਹੈ ਤਾਂ ਫਿਰ 144 ਤੇ ਲੱਗੀ ਹੋਈ ਆ। ਜਦੋਂ ਲੱਗੀ ਸੀ ਉਦੋਂ ਕੁਛ ਨਾ ਬਣਿਆ। ਜੀ, 44 ਨਹੀਂ ਜੇ ਲੱਗਣੀ, ਭਾਵੇਂ 144 ਛੱਡ ਕੇ 1144 ਲਾ ਲਓ, ਉਸ ਦਾ ਕਿਸਾਨਾਂ ਤੇ ਅਸਰ ਹੋਣ ਵਾਲਾ ਨਹੀਂ ਆ। ਉਹ ਘੱਟ ਹੋਣਾ ਹੈ ਤੇ ਹੋਣਾ ਹੈ। ਤਾਲਿਬਾਨ ਨਾਲ ਗੱਲਬਾਤ ਤੋਂ ਬਾਅਦ ਆਪਣੇ ਦੇਸ਼ ਦੇ ਵਿੱਚ ਵੀ ਕਈ ਲੋਕਾਂ ਨੇ ਆਵਾਜ਼ ਉਠਾਈ ਹੈ, ਜਿਨ੍ਹਾਂ ਵਿੱਚੋਂ ਇੱਕ ਉਮਰ ਅਬਦੁੱਲਾ ਨੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ। ਜ਼ਮੀਨ ਪੱਧਰੀ ਕਰਨ ਲਈ 32 ਟਰੈਕਟਰ ਜਿਹੜੇ ਸੀ ਉਹ ਖਰੀਦੇ ਗਏ, ਜਿਨ੍ਹਾਂ ਦੇ ਬਾਰੇ ਇਹ ਦੱਸਿਆ ਜਾਂਦਾ ਹੈ ਕਿ ਉਹਨਾਂ ਦੇ ਜਿਹੜੇ ਨੰਬਰ ਪਾਏ ਗਏ ਖਰਚਿਆਂ ਦੇ ਵਿੱਚ ਉਹ ਨੰਬਰ ਬੋਗਸ ਸਨ ਬਹੁਤੇ। ਪੰਜਾਬ ਦੀ ਇੱਕ ਅਖਬਾਰ ਨੇ ਇਸ ਨੂੰ ਗੰਗਾ ਦੇ ਵਿੱਚ ਭ੍ਰਿਸ਼ਟਾਚਾਰ ਦੀਆਂ ਡੁਬਕੀਆਂ ਦੱਸਿਆ। ਪੰਜਾਬੀ ਨੈਸ਼ਨਲ ਟੀਵੀ ਦੇ ਦਰਸ਼ਕਾਂ ਦਾ ਵਿਚਾਰ ਚਰਚਾ ਪ੍ਰੋਗਰਾਮ 'ਚ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਅੱਜ ਦੇ ਪ੍ਰੋਗਰਾਮ 'ਚ ਗੱਲਾਂ ਬਾਤਾਂ ਹੋਣਗੀਆਂ ਪੰਜਾਬ ਦੀ ਸਿਆਸਤ ਵਿੱਚ ਕਾਂਗਰਸ ਦੀ ਤਾਣੀ ਸੁਲਝੀ ਜਾਂ ਹੋਰ ਉਲਝੀ, ਕਿਸਾਨ ਆਗੂਆਂ ਦੇ ਸਿਰ ਪਾੜਨ ਦੇ ਹੁਕਮ ਦੇਣ ਵਾਲੇ ਅਫਸਰ ਤੇ ਕੀ ਕੁਝ ਕਾਰਵਾਈ ਹੋਈ, ਭਾਰਤ ਸਰਕਾਰ ਦੀ ਤਾਲਿਬਾਨ ਆਗੂ ਨਾਲ ਮੁਲਾਕਾਤ ਵਿਵਾਦਾਂ 'ਚ ਕਿਉਂ ਘਿਰੀ। ਇਸ ਤੋਂ ਇਲਾਵਾ ਕੁਝ ਹੋਰ ਮੁੱਦੇ ਵਿਚਾਰਾਂਗੇ ਆਪਣੇ ਮਾਹਿਰ ਮਹਿਮਾਨ ਦੇ ਨਾਲ ਤੇ ਸਾਡੇ ਨਾਲ ਅੱਜ ਸਟੂਡੀਓ 'ਚ ਮੌਜੂਦ ਨੇ ਕੁਲਦੀਪ ਸਿੰਘ ਹੀਰ ਜੀ। ਹੀਰ ਸਾਹਿਬ, ਤੁਹਾਡਾ ਬਹੁਤ-ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਕੁਲਦੀਪ ਜੀ, ਅੱਜ ਕੱਲ੍ਹ ਪੰਜਾਬ ਦੀ ਸਿਆਸਤ ਵਿੱਚ ਨਾ ਰੋਜ਼ ਮੀਟਿੰਗਾਂ ਦਾ ਸਿਲਸਿਲਾ ਚੱਲ ਰਿਹਾ। ਕਦੀ ਦਿੱਲੀ ਕੋਈ ਪਹੁੰਚ ਜਾਂਦਾ ਹੈ, ਕਦੀ ਕੋਈ ਇੱਥੇ ਆ ਜਾਂਦਾ ਹੈ, ਪਰ ਇਸ ਵੇਲੇ ਜਿਹੜੀ ਕੈਪਟਨ ਸਰਕਾਰ ਹੈ, ਕੀ ਤੁਹਾਨੂੰ ਲੱਗਦਾ ਹੈ ਕਿ ਉਹ ਸਰਕਾਰ ਨੂੰ ਕੋਈ ਖਤਰਾ ਹੋ ਸਕਦਾ? ਸਰਕਾਰ ਨੂੰ ਖਤਰਾ ਹੋ ਸਕਦਾ ਜੀ, ਜੇ ਕਾਂਗਰਸ ਦੇ ਅੰਦਰੂਨੀ ਜੰਗ ਨੂੰ ਅਸੀਂ ਚੰਗੀ ਤਰ੍ਹਾਂ ਸਮਝੀਏ, ਨੇੜੇ ਤੋਂ ਵੇਖੀਏ ਤੇ ਖਤਰਾ ਤੇ ਹੋ ਸਕਦਾ ਜੀ, ਪਰ ਖਤਰਾ ਹੁਣ ਇਸ ਕਰਕੇ ਕੋਈ ਬਹੁਤਾ ਵੱਡਾ ਜਾਪਦਾ ਨਹੀਂ ਕਿਉਂਕਿ ਸਮਾਂ ਬਹੁਤ ਥੋੜਾ ਰਹਿ ਗਿਆ ਹੈ। ਵੈਸੇ ਲੋਕਾਂ ਦੀ ਕਚਹਿਰੀ ਵਿੱਚ ਇਸ ਸਰਕਾਰ ਨੇ ਹੁਣ ਜਾਣਾ ਹੈ ਜੀ, ਬਾਕੀ ਪਾਰਟੀਆਂ ਨੇ ਵੀ ਜਾਣਾ ਹੈ ਤੇ ਕਾਂਗਰਸ ਨੇ ਜਾਣ ਤੋਂ ਪਹਿਲਾਂ ਆਪਣੇ ਘਰ ਦੇ ਵਿੱਚ ਜਿਹੜਾ ਖਿਲਾਰਾ ਪਾ ਲਿਆ ਹੈ ਉਹ ਉਹਨਾਂ ਨੂੰ ਸਾਂਭਣਾ ਮੁਸ਼ਕਲ ਹੋ ਰਿਹਾ। ਜੀ, ਹਰੀਸ਼ ਰਾਵਤ ਜਿਨ੍ਹਾਂ ਨੂੰ ਪੰਜਾਬ ਕਾਂਗਰਸ ਦੇ ਇੰਚਾਰਜ ਲਾਇਆ ਗਿਆ ਸੀ, ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਨੇ। ਜੀ, ਹਰੀਸ਼ ਰਾਵਤ ਪਹਿਲਾਂ ਹੱਥ ਖੜੇ ਕਰ ਦਿੱਤੇ ਸੀ ਉਹਨਾਂ ਨੇ ਕਿ ਭਾਈ ਮੇਰੀ ਹੁਣ ਬੱਸ ਹੈ, ਮੈਂ ਇੱਥੇ ਦੇ ਇੰਚਾਰਜ ਵਜੋਂ ਹੋਰ ਕੰਮ ਨਹੀਂ ਕਰਨਾ ਚਾਹੁੰਦਾ ਕਿਉਂਕਿ ਉੱਤਰਾਖੰਡ ਵਿੱਚ ਹੋਰ ਬੜੇ ਕੰਮ ਨੇ ਜੀ, ਤੇ ਉੱਤਰਾਖੰਡ ਵਿੱਚ ਵੀ ਵੋਟਾਂ ਪੰਜਾਬ ਦੇ ਨਾਲ ਹੀ ਨੇ ਤੇ ਮੈਨੂੰ ਹੁਣ ਛੁੱਟੀ ਦਿੱਤੀ ਜਾਵੇ। ਜੀ, ਪਰ ਉਹ ਆਪਣੇ ਇਸ ਬਿਆਨ ਤੋਂ ਯੂ ਟਰਨ ਲੈ ਚੁੱਕੇ ਨੇ। ਜੀ, ਉਹਨਾਂ ਨੇ ਹੁਣ ਆਖ ਦਿੱਤਾ ਹੈ ਕਿ ਨਹੀਂ, ਜਿੰਨੀ ਦੇਰ ਤੱਕ ਹਾਈ ਕਮਾਂਡ ਮੈਨੂੰ ਨਹੀਂ ਕਹਿੰਦੀ। ਉਹਨਾਂ ਨੇ ਆਖਿਆ ਕਿ ਜਦੋਂ ਸਿੱਧੂ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਸੀ ਤੇ ਮੈਨੂੰ ਲੱਗਾ ਕਿ ਸਭ ਕੁਝ ਠੀਕ ਠਾਕ ਹੋ ਗਿਆ ਤੇ ਹੁਣ ਇਸ ਵਿੱਚ ਦੁਬਾਰਾ ਮੈਨੂੰ ਆਉਣ ਦੀ ਲੋੜ ਨਹੀਂ ਪੈਗੀ। ਜੀ, ਇਲੈਕਸ਼ਨਾਂ ਹੋਣੀਆਂ ਨੇ, ਮੁੱਦੇ ਰੱਖਣੇ ਨੇ, ਅਸੀਂ ਚੋਣ ਮੈਨੀਫੈਸਟੋ ਜਾਰੀ ਹੋਵੇਗਾ ਤੇ ਲੋਕਾਂ ਦੀ ਕਚਹਿਰੀ ਜਾਵਾਂਗੇ। ਮੇਰਾ ਇੱਥੇ ਕੀ ਕੰਮ ਹੈ ਬਹੁਤਾ, ਟਿਕਟਾਂ ਦੀ ਵੰਡ ਹੋਵੇਗੀ, ਦੇਖੀ ਜਾਏਗੀ। ਪਰ ਉਹ ਜਿਹੜਾ ਮਾਮਲਾ ਨਿਪਟਾ ਕੇ ਉਹ ਗਏ ਸਨ,
ਜਾਂ ਇਉਂ ਸਮਝ ਲਈਏ ਕਿ ਜਿਸ ਨੂੰ ਉਹ ਨਿਪਟਿਆ ਸਮਝ ਕੇ ਇੱਥੋਂ ਛੁੱਟੀ ਮੰਗ ਰਹੇ ਸਨ, ਜੀ ਉਹ ਕਿਹਾ ਕਿ ਮੇਰੇ ਭਰਾ ਕੁਝ ਫੇਰ ਨਾਰਾਜ਼ ਹੋ ਗਏ ਨੇ ਜੀ। ਤੇ ਮਾਮਲਾ ਉਹਨਾਂ ਨੇ ਦੁਬਾਰਾ ਖੜਾ ਕਰ ਲਿਆ ਜੀ। ਤੇ ਇਸ ਕਰਕੇ ਮੇਰਾ ਇੱਥੋਂ ਜਾਣਾ ਹੁਣ ਵਾਜਬ ਨਹੀਂ। ਹਾਈ ਕਮਾਨ ਮੈਨੂੰ ਕਹੇਗੀ ਤੇ ਮੈਂ ਜਾਵਾਂਗਾ, ਨਹੀਂ ਤੇ ਮੈਂ ਇੱਥੇ ਹੀ ਇਹ ਮਸਲਾ ਸੁਲਝਾਉਣ ਦੇ ਵਿੱਚ ਕੰਮ ਕਰਦਾ ਰਹਾਂਗਾ। ਜੀ ਹੁਣ ਉਹਨਾਂ ਨੇ ਜਿਹੜੀਆਂ ਕੱਲ ਮੀਟਿੰਗਾਂ ਕੀਤੀਆਂ ਨੇ, ਮੀਟਿੰਗਾਂ ਉਹਨਾਂ ਦੀਆਂ ਅੱਜ ਵੀ ਹੋ ਰਹੀਆਂ ਨੇ। ਜੀ ਕੁਛ ਉਹਨਾਂ ਨੂੰ ਮਿਲੇ ਨੇ ਤੇ ਕੁਛ ਨਹੀਂ ਮਿਲੇ। ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਉੱਥੇ ਹੀ ਮਿਲੇ ਨੇ ਜੀ। ਜਿੱਥੇ ਉਹ ਅਕਸਰ ਸਾਰਿਆਂ ਨੂੰ ਅੱਜ ਕੱਲ੍ਹ ਮਿਲਦੇ ਨੇ, ਜੀ। ਸੀਸਮਾ ਫਾਰਮ ਤੇ। ਲੰਬੀ ਚੌੜੀ ਗੱਲਬਾਤ ਹੋਈ ਹੈ। ਜੀ ਜਦੋਂ ਹਰੀਸ਼ ਰਾਵਤ ਨੂੰ ਪੁੱਛਿਆ ਗਿਆ ਕਿ ਗੱਲਬਾਤ ਕੀ ਹੋਈ ਹੈ ਤਾਂ ਉਹਨਾਂ ਕਿਹਾ ਕਿ ਦੇਖੋ ਬਿਜਲੀ ਦੇ ਮੁੱਦੇ ਹੈ, ਨਸ਼ਿਆਂ ਦੀ ਗੱਲ ਹੈ ਔਰ ਹੋਰ ਇਸ ਤਰ੍ਹਾਂ ਦੇ ਜਿਹੜੇ ਪੰਜਾਬ ਦੇ ਮੁੱਦੇ, ਅਸੀਂ ਉਹਨਾਂ ਤੇ ਪੰਜਾਬ ਸਰਕਾਰ ਦੀ ਪਲੈਨਿੰਗ, ਇਹੋ ਜਿਹੀਆਂ ਗੱਲਾਂ ਬਾਤਾਂ ਜਿਹੜੀਆਂ ਅਸੀਂ ਕੀਤੀਆਂ। ਜੀ ਹੁਣ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਪੰਜਾਬ ਦੇ ਅੰਦਰੂਨੀ ਮੁੱਦੇ ਜਿਨ੍ਹਾਂ ਤੇ ਪੰਜਾਬ ਖੁਦਮੁਖਤਿਆਰੀ ਦੀ ਗੱਲ ਕਰਦਾ ਹੈ ਕਿ ਸਾਡੀ ਸਰਕਾਰ ਨੂੰ ਫੈਸਲੇ ਲੈਣ ਦਾ ਹੱਕ ਹੈ, ਜੀ ਇੱਕ ਕਾਂਗਰਸ ਪਾਰਟੀ ਦਾ ਇੰਚਾਰਜ ਮੁੱਖ ਮੰਤਰੀ ਤੋਂ ਇਹ ਸਵਾਲ ਕਿਉਂ ਪੁੱਛੇਗਾ? ਜੀ ਹਾਈ ਕਮਾਨ ਅਜੇ ਪੁੱਛ ਸਕਦੀ ਹੈ। ਜੀ ਹਾਈ ਕਮਾਨ ਨੇ ਤੇ ਜੇ ਤੁਹਾਨੂੰ ਯਾਦ ਹੋਵੇ ਤੇ 18 ਨੁਕਾਤੀ ਏਜੰਡਾ ਜਿਹੜਾ ਸੀ ਉਹ ਪੰਜਾਬ ਸਰਕਾਰ ਨੂੰ ਸੌਂਪਿਆ ਸੀ। ਬਿਲਕੁਲ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਫੜ ਕੇ ਬੈਠੇ ਹੋਏ ਨੇ ਤੇ ਜਦੋਂ ਕੋਈ ਆਉਂਦਾ ਹੈ, ਜੀ ਦੇਖੋ ਜੀ ਤੁਸੀਂ ਤੇ ਸਾਨੂੰ ਸਵਾਲ ਪਾਇਆ ਸੀ ਤੇ ਜਿੰਨੇ ਸਵਾਲ ਤੁਸੀਂ ਸਾਨੂੰ ਪਾਏ ਸੀ ਅਸੀਂ ਇਹਨਾਂ ਦੇ ਜਵਾਬ 1 2 3 ਕਰਕੇ ਅਸੀਂ ਦੇਣੇ ਸ਼ੁਰੂ ਕੀਤੇ ਹੋਏ ਨੇ। ਜੀ। ਤੁਸੀਂ ਇਹਨਾਂ ਤੇ ਸਾਡੇ ਨਾਲ ਗੱਲ ਕਰੋ। ਜੀ। ਕੌਣ ਨਾਰਾਜ਼ ਹੈ, ਕੌਣ ਕੀ ਆਖ ਰਿਹਾ, ਇਹਦੀ ਸਾਡੇ ਨਾਲ ਗੱਲ ਨਾ ਕੀਤੀ ਜਾਵੇ। ਜੀ ਹਰੀਸ਼ ਰਾਵਤ ਨਾਲ ਜਿੰਨੀਆਂ ਉਹਨਾਂ ਦੀਆਂ ਗੱਲਾਂ ਬਾਤਾਂ ਹੋਈਆਂ, ਹਰੀਸ਼ ਰਾਵਤ ਉੱਥੋਂ ਪੋਜ਼ਿਟਿਵ ਨਜ਼ਰ ਆਏ ਨੇ। ਜੀ ਪਰ ਜਦੋਂ ਨਵਜੋਤ ਸਿੰਘ ਸਿੱਧੂ ਖੇਮੇ ਨਾਲ ਉਹਨਾਂ ਦੀ ਮੁਲਾਕਾਤ ਹੁੰਦੀ ਹੈ, ਜੀ ਇੱਥੇ ਮੈਂ ਇੱਕ ਦੱਸ ਦੇਵਾਂ ਕਿ ਬਾਗੀ ਜਿਹੜੇ ਮੰਤਰੀ ਨੇ ਉਹਨਾਂ ਦੀ ਮੁਲਾਕਾਤ ਹਰੀਸ਼ ਰਾਵਤ ਨਾਲ ਨਹੀਂ ਹੋਈ। ਜੀ। ਹਰੀਸ਼ ਰਾਵਤ ਉਹਨਾਂ ਨੂੰ ਮਿਲਣਾ ਚਾਹੁੰਦੇ ਸਨ ਜੀ। ਤੇ ਬਾਕੀਆਂ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਅਸੀਂ ਗੱਲ ਆਪਣੀ ਦੇਹਰਾਦੂਨ ਦੱਸਿਆ ਆ, ਜੀ। ਦੁਬਾਰਾ ਵੀ ਅਸੀਂ ਉਹ ਗੱਲਾਂ ਕਰਨੀਆਂ ਨੇ ਤੇ ਸਾਨੂੰ ਮਿਲਣ ਦੀ ਕੋਈ ਲੋੜ ਨਹੀਂ। ਉਹਨਾਂ ਵਿੱਚ ਕੋਈ ਨਵੀਂ ਗੱਲ ਹੋਵੇ ਤੇ ਉਹ ਸਾਨੂੰ ਆਖ ਸਕਦੇ ਨੇ, ਪਰ ਅਸੀਂ ਆਪਣੀ ਗੱਲ ਕਹਿ ਦਿੱਤੀ ਹੋਈ ਹੈ ਤੇ ਹੁਣ ਫੈਸਲਾ ਲੈਣਾ ਉਹਨਾਂ ਦਾ ਕੰਮ ਹੈ। ਜੀ ਹਰੀਸ਼ ਰਾਵਤ ਅਜੇ ਇੱਥੇ ਹੀ ਨੇ ਤੇ ਨਵਜੋਤ ਸਿੰਘ ਸਿੱਧੂ ਦਿੱਲੀ ਵਾਲੀ ਸਰਕਾਰ ਦੇ ਕੋਲ ਪਹੁੰਚ ਗਏ ਨੇ। ਦਿੱਲੀ ਵਾਲੀ ਕੇਂਦਰ ਸਰਕਾਰ ਨਹੀਂ, ਜਿਹੜੀ ਕਾਂਗਰਸ ਦੀ ਸਰਕਾਰ ਹੈ, ਜੀ ਉੱਥੇ ਹਾਜ਼ਰੀ ਲਵਾਉਣੀ ਪੈਂਦੀ ਹੈ। ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਕਿ ਜੇ ਹਾਈ ਕਮਾਨ ਨੇ ਫੈਸਲੇ ਲੈਣ ਦਾ ਹੱਕ ਨਾ ਦਿੱਤਾ ਤੇ ਇੱਟ ਨਾਲ ਇੱਟ ਖੜਕੇਗੀ। ਜੀ ਹੁਣ ਪਤਾ ਨਹੀਂ ਇੱਟ ਨਾਲ ਇੱਟ ਖੜਕਾਉਣ ਗਏ ਨੇ ਜਾਂ ਇੱਟ ਰੱਖਣ ਗਏ ਨੇ ਕਿ ਆਹ ਫੜੋ, ਜੀ। ਜਿਹੜੀ ਜ਼ਿੰਮੇਵਾਰੀ ਤੁਸੀਂ ਮੈਨੂੰ ਦਿੱਤੀ ਸੀ ਉਹ ਮੈਂ ਆਹ ਰੱਖੀ ਹੈ ਜੀ ਤੇ ਮੈਂ ਇਸ ਤੇ ਕੁਝ ਕਰਨਾ ਨਹੀਂ। ਜੀ ਪਰ ਹਰੀਸ਼ ਰਾਵਤ ਅਜੇ ਵੀ ਚੰਡੀਗੜ੍ਹ ਨੇ, ਇੱਥੇ ਉਹ ਆਏ ਸਨ ਤੇ ਉਹਨਾਂ ਨੇ ਅਜੇ ਇੱਥੇ ਰੁਕਣਾ ਹੈ। ਕਿੰਨੀ ਦੇਰ ਰੁਕਣਗੇ? ਦੇਹਰਾਦੂਨੋਂ ਬਹੁਤਾ ਸਮਾਂ ਨਹੀਂ ਲੱਗਦਾ ਇੱਥੋਂ, ਪਰ ਕੀ ਉਹ ਦਿੱਲੀ ਨੂੰ ਜਾਣਗੇ ਜਾਂ ਕੋਈ ਰਿਪੋਰਟ ਸੌਂਪਣ ਜਾਣਾ ਬਣਦਾ ਉਹਨਾਂ ਦਾ ਜਾਂ ਨਹੀਂ ਬਣਦਾ ਜਾਂ ਇਸੇ ਤਰ੍ਹਾਂ ਹੀ। ਪਰ ਜਿਹੜੀਆਂ ਗੱਲਾਂ ਉਹਨਾਂ ਨੇ ਇੱਥੇ ਆ ਕੇ ਕੀਤੀਆਂ ਉਹਨਾਂ ਵਿੱਚੋਂ ਬਹੁਤੀਆਂ ਜਿਹੜੀਆਂ ਨੇ ਕਿਤਾਬੀ ਗੱਲਾਂ ਜਾਪਦੀਆਂ ਨੇ। ਜੀ ਉਹ ਮਿਲੇ ਨੇ। ਨਵਜੋਤ ਸਿੰਘ ਸਿੱਧੂ ਨੇ ਆਪਣੇ ਮਨ ਦੀ ਗੱਲ ਉਹਨਾਂ ਨਾਲ ਕੀਤੀ ਹੈ ਕਿ ਤਾਲਮੇਲ ਕਮੇਟੀ ਜਿਹੜੀ ਇੱਕ ਬਣਾਈ ਸੀ ਜੀ ਵਿਧਾਇਕ ਦਲ ਦੀ ਤੇ ਕਾਂਗਰਸ ਦੇ ਆਗੂਆਂ ਦੀ, ਜੀ ਜਿਸ ਦੇ ਵਿੱਚ ਪੰਜਾਬ ਦੇ ਮੁੱਦਿਆਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨੀ ਸੀ। ਕਾਂਗਰਸ ਭਵਨ ਦੇ ਵਿੱਚ ਮੀਟਿੰਗਾਂ ਹੋਇਆ ਕਰਨੀਆਂ ਸੀ, ਡਿਊਟੀਆਂ ਲਗਾਈਆਂ ਹੋਈਆਂ ਸੀ ਜੀ ਤੇ ਨਵਜੋਤ ਸਿੰਘ ਸਿੱਧੂ ਵੀ ਉਸ ਦੇ ਵਿੱਚ ਸ਼ਾਮਲ ਸਨ ਤੇ ਕੈਪਟਨ ਅਮਰਿੰਦਰ ਸਿੰਘ ਉਸ ਤਾਲਮੇਲ ਕਮੇਟੀ ਦੇ ਮੁਖੀ ਸਨ। ਨਵਜੋਤ ਸਿੰਘ ਸਿੱਧੂ ਨੇ ਇਹੋ ਹੀ ਸਵਾਲ ਉੱਥੇ ਉਠਾਇਆ। ਤਾਲਮੇਲ ਕਮੇਟੀ ਦੀ ਮੀਟਿੰਗ ਭਾਵੇਂ ਮੁੱਖ ਮੰਤਰੀ 20 ਵਾਰੀ ਰੱਖ ਲਵੇ, ਮੈਂ ਨਹੀਂ ਜੇ ਉੱਥੇ ਜਾਣਾ। ਜੀ ਜਦੋਂ ਰਾਵਤ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿਉਂ ਨਹੀਂ ਜਾਣਾ, ਤੁਸੀਂ ਤਾਂ ਉਹਦੇ ਮੈਂਬਰ ਹੋ ਤੇ ਤੁਸੀਂ ਜਦੋਂ ਕਮੇਟੀ ਬਣਾਈ ਸੀ ਤੇ ਤੁਸੀਂ ਸਹਿਮਤ ਸੋ ਤੇ ਹੁਣ ਤੁਸੀਂ ਕਮੇਟੀ ਵਿੱਚ ਕਿਉਂ ਨਹੀਂ ਜਾ ਕੇ ਰਾਜੀ? ਤੇ ਨਵਜੋਤ ਸਿੰਘ ਸਿੱਧੂ ਇਹ ਕਹਿੰਦੇ ਨੇ ਕਿ ਇਸ ਕਮੇਟੀ ਵਿੱਚ ਕੁਝ ਵਿਅਕਤੀ ਮੇਰੀ ਮਰਜ਼ੀ ਤੋਂ ਬਿਨਾਂ ਤੇ ਬਿਨਾਂ ਮਤਲਬ ਦੇ ਵਿੱਚ ਜਿਹੜੇ ਵਾਰਡ ਦਿੱਤੇ ਗਏ ਨੇ, ਜਿਨ੍ਹਾਂ ਦਾ ਇਸ ਕਮੇਟੀ ਵਿੱਚ ਕੋਈ ਕੰਮ ਨਹੀਂ। ਮਤਲਬ ਸਿੱਧਾ ਹੈ ਕੈਪਟਨ ਵਾਲੇ ਇਸ਼ਾਰਾ, ਉਹਨਾਂ ਨਾਲ ਉਹਨਾਂ ਦੀ ਸੋਚ ਨਹੀਂ ਮਿਲਦੀ ਜਾਂ ਤਾਲਮੇਲ ਨਹੀਂ ਬਣ ਰਿਹਾ। ਬੇਸਿਕਲੀ ਕੈਪਟਨ ਖੇਮੇ ਨਾਲ, ਕਿਉਂਕਿ ਕੈਪਟਨ ਦੇ ਕੁਝ ਕਲੋਜ਼ ਨਜ਼ਦੀਕੀ ਜਿਹੜੇ ਨੇ ਉਹ ਵੀ ਉਸ ਕਮੇਟੀ ਵਿੱਚ ਸ਼ਾਮਲ ਨੇ। ਜੀ ਸ਼ਾਮਲ ਤੇ ਇਧਰਲੇ ਵੀ ਨੇ ਤੇ ਸ਼ਾਇਦ ਨਾਲ ਜਿਹੜੀ ਗੱਲ ਉਹਨਾਂ ਨੇ ਅਗਲੀ ਕੀਤੀ ਹੈ, ਕਹਿੰਦੇ ਕਿ ਜੇ ਕਾਂਗਰਸ ਦੇ ਵਜੋਂ ਕਾਂਗਰਸ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਵਾਸਤੇ ਡਾਕਟਰ ਮਨਮੋਹਨ ਸਿੰਘ ਸਨ ਤੇ ਯੂਪੀ ਦੀ ਚੇਅਰਪਰਸਨ ਤੇ ਕਾਂਗਰਸ ਦੇ ਸਾਰੇ ਫੈਸਲੇ ਲੈਣ ਵਾਲੀ ਬੀਬੀ ਸੋਨੀਆ ਗਾਂਧੀ ਸੀ। ਉਹਨਾਂ ਨੇ ਕਿਹਾ ਜੇ ਕੇਂਦਰ ਵਿੱਚ ਇਸ ਤਰ੍ਹਾਂ ਹੋ ਸਕਦਾ ਹੈ ਤੇ ਮੁੱਖ ਮੰਤਰੀ ਨੂੰ ਇਸ ਤਾਲਮੇਲ ਕਮੇਟੀ ਦਾ ਪ੍ਰਧਾਨ ਜਾਂ ਚੇਅਰਮੈਨ ਬਣਾਉਣ ਦੀ ਕੀ ਲੋੜ ਸੀ? ਤੁਸੀਂ ਕਿਸੇ ਹੋਰ ਨੂੰ ਕਿਉਂ ਨਾ ਲਾਇਆ? ਸਿੱਧਾ ਇਸ਼ਾਰਾ ਤੇ ਆਪਣੇ ਵੱਲ ਕਰ ਰਹੇ ਨੇ ਕਿ ਮੈਨੂੰ ਇਸ ਤਾਲਮੇਲ ਕਮੇਟੀ ਦਾ ਚੇਅਰਮੈਨ ਹੋਣਾ ਚਾਹੀਦਾ ਸੀ ਤੇ ਫਿਰ ਮੈਂ ਪੁੱਛਦਾ ਕਿ ਆਹ ਕੰਮ ਫਲਾਨਾ ਕਿਉਂ ਨਹੀਂ ਹੋਇਆ ਤੇ ਫਿਰ ਮੈਂ ਲੋਕਾਂ ਨੂੰ ਦੱਸਦਾ ਕਿ ਆਹ ਕੰਮ ਇਹਨਾਂ ਨੇ ਨਹੀਂ ਕੀਤਾ। ਕਾਂਗਰਸ ਭਵਨ ਦੇ ਵਿੱਚ ਹੈ, ਜੇ ਰਾਜ ਭਵਨ ਦੇ ਵਿੱਚ ਹੋਵੇ ਜਾਂ ਕੈਪਟਨ ਅਮਰਿੰਦਰ ਸਿੰਘ ਦੇ ਦਫ਼ਤਰ ਵਿੱਚ ਹੋਵੇ ਜਾਂ ਕਿਸੇ ਹੋਰ ਮੰਤਰੀ ਦੇ ਦਫ਼ਤਰ ਵਿੱਚ ਹੋਵੇ ਫਿਰ ਗੱਲ ਸਮਝ ਵੀ ਆਉਂਦੀ ਹੈ। ਜੇ ਕਾਂਗਰਸ ਦੇ ਆਪਣੇ ਦਫ਼ਤਰ ਦੇ ਵਿੱਚ ਤਾਲਮੇਲ ਕਮੇਟੀ ਦੇ ਵਿਧਾਇਕ ਦਲ ਨੇ ਮੀਟਿੰਗਾਂ ਕਰਕੇ ਲੋਕਾਂ ਦੇ ਮਸਲੇ ਹੱਲ ਕਰਨੇ ਨੇ ਤੇ ਵਿਧਾਇਕਾਂ ਦੀ ਸੁਣਨੀ ਹੈ ਤੇ ਲੋਕਾਂ ਦੇ ਮਸਲਿਆਂ ਨੂੰ ਵਿਚਾਰਨਾ ਹੈ ਤੇ ਫਿਰ ਤੇ ਜ਼ਾਹਿਰਾ ਭਾਈ ਗੱਲ ਸਾਬਤ ਹੁੰਦੀ ਹੈ ਕਿ ਕਾਂਗਰਸ ਪ੍ਰਧਾਨ ਦਾ ਉਸ ਦੇ ਵਿੱਚ ਬਹੁਤ ਵੱਡਾ ਹੱਥ ਹੋਣਾ ਚਾਹੀਦਾ। ਹੁਣ
ਉਹਨਾਂ ਨੇ ਕਿਹਾ ਕਿ ਦੇਖੋ ਕਿ ਜਿਹੜੇ ਸਵਾਲ ਜਿਹੜੇ ਨੇ ਉਠਾਉਂਦੇ ਰਹਿੰਦੇ ਨੇ ਲੋਕ ਜੀ ਤੇ ਸਲਾਹਕਾਰ ਕਿੰਨੇ ਕਿੰਨੇ ਰੱਖੇ ਹੋਏ ਨੇ। ਜੀ ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਕਿ 20 ਸਲਾਹਕਾਰ ਨੇ ਘੱਟੋ ਘੱਟ ਕੈਪਟਨ ਅਮਰਿੰਦਰ ਸਿੰਘ ਨੇ ਰੱਖੇ ਹੋਏ। ਜੀ ਉਹ ਕਿੰਨੀ ਵਾਰੀ ਇਹੋ ਜਿਹੀਆਂ ਗੱਲਾਂ ਕਰਦੇ ਨੇ ਜਿਹੜੀਆਂ ਚੁੱਭਵੀਆਂ ਵੀ ਹੁੰਦੀਆਂ ਨੇ ਤੇ ਵਿਰੋਧੀਆਂ ਨੂੰ ਸਿੱਧਾ ਨਿਸ਼ਾਨੇ ਤੇ ਲੈਂਦੇ ਨੇ। ਉਹਨਾਂ ਦਾ ਮੁੱਖ ਮੰਤਰੀ ਦੀ ਸਲਾਹ ਤੱਕ ਆਪਣਾ ਸਰੋਕਾਰ ਨਹੀਂ ਰੱਖਦੇ, ਸਗੋਂ ਅਗਲੇ ਦੇ ਕੰਮ ਦੇ ਵਿੱਚ ਲੱਤ ਅੜਾਉਂਦੇ ਨੇ। ਤੇ ਪਰ ਜੇ ਮੈਂ 2 ਸਲਾਹਕਾਰ ਰੱਖ ਲਏ, ਉਹਨਾਂ ਨੇ ਇੱਕ ਗੱਲ ਮੂੰਹੋਂ ਕੀਤੀ ਹੈ ਤੇ ਤੁਸੀਂ ਉਹਨਾਂ ਨੂੰ ਫੜ ਲਿਆ ਤੇ ਸਾਰੇ ਜਣੇ ਉਹਨਾਂ ਦੇ ਪਿੱਛੇ ਹੀ ਪੈ ਗਏ ਹੋ। ਫਿਰ ਪਾਕਿਸਤਾਨ ਵਾਲੀ ਗੱਲ ਵੀ ਉਹਨਾਂ ਨੇ ਕੀਤੀ ਹੈ ਕਿ ਪਾਕਿਸਤਾਨ ਦੇ ਖਾਸ ਬੰਦਿਆਂ ਦਾ ਮੁੱਖ ਮੰਤਰੀ ਦੇ ਖੇਮੇ ਦੇ ਵਿੱਚ ਸ਼ਾਮਲ ਹੋਣਾ ਤੇ ਮੁੱਖ ਮੰਤਰੀ ਦੇ ਬਹੁਤ ਨਜ਼ਦੀਕ ਰਹਿਣਾ ਤੇ ਮੁੱਖ ਮੰਤਰੀ ਮੇਰੇ ਮੂੰਹ ਚੋਂ ਪ੍ਰਧਾਨ ਮੰਤਰੀ ਬਾਰ-ਬਾਰ ਨਿਕਲ ਰਿਹਾ, ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚ ਉਹਨਾਂ ਲੋਕਾਂ ਦੀ ਇੰਨੀ ਪਹੁੰਚ, ਉਸ ਦਾ ਜਵਾਬ ਤੁਸੀਂ ਕੋਈ ਦਿੰਦੇ ਨਹੀਂ ਤੇ ਮੇਰੇ ਸਲਾਹਕਾਰਾਂ ਦੇ ਪਿੱਛੇ ਪਾਕਿਸਤਾਨ ਦੇ ਮੁੱਦੇ ਨੂੰ ਲੈ ਕੇ ਪੈ ਗਏ ਹੋ। ਇਸ ਗੱਲ ਦਾ ਕੀ ਜਵਾਬ ਹੈ ਆਪਣੇ ਕੋਲ? ਸੋ ਇਹ ਸਾਰੀਆਂ ਗੱਲਾਂ ਨਵਜੋਤ ਸਿੰਘ ਸਿੱਧੂ ਨੇ ਕੀਤੀਆਂ ਨੇ। ਹੁਣ ਇੱਕ ਹੋਰ ਗੱਲ ਇਹ ਹੈ ਕਿ ਅੰਦਰੋਂ ਕਨਸੂਆਂ ਆਈਆਂ ਨੇ ਕਿ ਰਾਵਤ ਵਾਲੀ ਗੱਲ ਤੇ ਚਲੋ ਅਸੀਂ ਕਰਦੇ ਹੀ ਹਾਂ। ਤੁਸੀਂ ਪੁੱਛਿਆ ਸੀ ਕਿ ਕੀ ਪੰਜਾਬ ਸਰਕਾਰ ਨੂੰ ਕੋਈ ਖਤਰਾ ਹੈ? ਜਿਹੜੇ ਬਾਗੀ ਨੇ, ਚੰਡੀਗੜ੍ਹ ਹੀ ਨੇ ਉਹ ਮਿਲੇ ਨਹੀਂ ਹਰੀਸ਼ ਰਾਵਤ ਨੂੰ, ਪਰ ਉਹ ਕਿਹਨੂੰ ਮਿਲੇ ਨੇ? ਸਪੀਕਰ ਰਾਣਾ KP ਸਿੰਘ ਨੂੰ ਮਿਲੇ ਨੇ। ਉਹਨਾਂ ਨੂੰ ਮਿਲਣ ਦਾ ਕੀ ਫਾਇਦਾ? ਅਸਲੀ ਜਿਹੜੀ ਵਿਧਾਨ ਸਭਾ ਦੀ ਕਾਰਵਾਈ ਜਿਸ ਨੇ ਚਲਾਉਣੀ ਹੈ, ਸਪੀਕਰ ਨੇ ਚਲਾਉਣੀ ਹੈ। ਹੁਣ ਉਹ 2 ਮਤੇ ਲਿਆਉਣ ਦੀ ਗੱਲ ਜਿਹੜੀ ਆ ਉਹ ਸਾਹਮਣੇ ਆ ਰਹੀ ਆ। ਬੇਭਰੋਸਗੀ ਦਾ ਮਤਾ, ਇੱਕ ਹੁੰਦਾ ਭਰੋਸੇ ਦਾ ਵੋਟ ਤੇ ਇੱਕ ਹੁੰਦਾ ਬੇਭਰੋਸਗੀ ਦਾ ਮਤਾ। ਭਰੋਸੇ ਦਾ ਵੋਟ ਜਦੋਂ ਸਰਕਾਰ ਨੂੰ ਕੋਈ ਕਵੇ ਕਿ ਸਰਕਾਰ ਨੂੰ ਹੁਣ ਅਸਤੀਫਾ ਦੇ ਦੇਣਾ ਚਾਹੀਦਾ, ਇਹਦੇ ਨਾਲ ਬਹੁਤੇ ਵਿਧਾਇਕ ਨਹੀਂ, ਇਹ ਇਹਨਾਂ ਨੂੰ ਹੁਣ ਬਣੇ ਰਹਿਣ ਦਾ ਕੋਈ ਹੱਕ ਨਹੀਂ, ਪਰ ਉਹ ਕੋਈ ਓਫੀਸ਼ੀਅਲੀ ਕੋਈ ਇਸ ਦਾ ਕੋਈ ਕੰਮ ਨਾ ਕਰਨ ਤੇ ਸਰਕਾਰ ਕਵੇ ਲੈ ਮੇਰੇ ਕੋਲ ਸਾਰਾ ਕੁਝ ਹੈ, ਮੈਨੂੰ ਸਾਰਿਆਂ ਦੀ ਸਪੋਰਟ ਹੈ, ਆਹ ਫੜੋ, ਮੈਂ ਲੋਕ ਸਭਾ ਦੇ ਵਿੱਚ ਜਾਂ ਕਿਤੇ ਵੀ ਮੈਂ ਬੁਲਾਉਣਾ ਆ, ਇਜਲਾਸ ਬੁਲਾਉਣਾ ਤੇ ਉੱਥੇ ਆਪਣਾ ਭਰੋਸੇ ਦਾ ਵੋਟ ਲੈ ਕੇ ਮੈਂ ਸਾਬਤ ਕਰ ਦਿੰਦਾ ਕਿ ਜ਼ਿਆਦਾ ਵਿਧਾਇਕ ਜਿਹੜੇ ਮੇਰੇ ਨਾਲ ਨੇ ਉਹ ਭਰੋਸੇ ਦਾ ਵੋਟ ਹਾਸਲ ਕਰੇ ਜਾਂ ਨਾ ਕਰੇ, ਫਿਰ ਉਸ ਤੋਂ ਬਾਅਦ ਸਰਕਾਰ ਦਾ ਭਵਿੱਖ ਤੈਅ ਹੁੰਦਾ। ਭਰੋਸੇ ਦਾ ਵੋਟ ਲੈਣ ਲਈ ਚਾਰਾਜੋਈ ਤਕਰੀਬਨ ਆਪ ਕੀਤੀ ਜਾਂਦੀ ਸਰਕਾਰ ਵੱਲੋਂ। ਜਦੋਂ ਵਿਰੋਧੀ ਧਿਰ ਲਿਆਵੇ ਤੇ ਉਹ ਬੇਭਰੋਸਗੀ ਦਾ ਮਤਾ ਹੁੰਦਾ। ਹੁਣ ਵਿਰੋਧੀ ਧਿਰ ਨਹੀਂ ਲਿਆ ਰਹੀ, ਆਪਣੇ ਰਹੇ ਨੇ, ਪਰ ਉਹ ਬੇਭਰੋਸਗੀ ਦਾ ਮਤਾ ਲਿਆਉਣ ਦੀ ਤਿਆਰੀ ਕਰਦੇ ਹੋਏ ਦੱਸੇ ਜਾ ਰਹੇ ਨੇ। ਪਰ ਮਤਾ ਲਿਆਉਣ ਲਈ ਉਹਨਾਂ ਨੂੰ ਕੁਝ ਖਾਸ 23 ਮੈਂਬਰਾਂ ਦੀ ਲੋੜ ਪਵੇਗੀ। ਜੇ ਉਹ ਨਾਲ ਉਹਨਾਂ ਦੇ ਹੋਣਗੇ ਤੇ ਮਤਾ ਫਿਰ ਅੱਗੇ ਵਧੇਗਾ ਤੇ ਫਿਰ ਸਰਕਾਰ ਨੂੰ ਉੱਥੇ ਅਸੈਂਬਲੀ ਦੇ ਵਿੱਚ ਵੋਟ ਲੈ ਕੇ ਸਾਬਤ ਕਰਨਾ ਪਏਗਾ ਕਿ ਸਾਡੇ ਕੋਲ ਅਜੇ ਤਾਕਤ ਹੈ ਤੇ ਅਸੀਂ ਸਰਕਾਰ ਚਲਾਉਣ ਦੀ ਸਮਰੱਥਾ ਰੱਖਦੇ ਹਾਂ। ਨਹੀਂ ਤੇ ਤੁਹਾਡੇ ਸਵਾਲ ਦਾ ਜਵਾਬ ਕਿ ਸਰਕਾਰ ਜੇ ਨਾ ਲਵੇ ਤੇ ਫਿਰ ਡਿੱਗ ਵੀ ਸਕਦੀ ਹੈ। ਤੇ ਕੁਲਦੀਪ ਜੀ, ਅਗਲੇ ਮੁੱਦੇ ਤੇ ਤੁਹਾਡੇ ਵਿਚਾਰ ਜਾਣਾਂਗੇ। ਪ੍ਰੈਸ ਵੇਲੇ ਪ੍ਰੋਗਰਾਮ 'ਚ ਵੇਲਾ ਹੈ ਬ੍ਰੇਕ ਦਾ। ਸੋ ਪੰਜਾਬੀ ਨੈਸ਼ਨਲ ਟੀਵੀ ਤੇ ਵਿਚਾਰ ਚਰਚਾ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਵਕਫੇ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਤੇ ਕੁਲਦੀਪ ਜੀ, ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਕਾਂਗਰਸ ਦੀ ਜਿਹੜਾ ਲੜਾਈ ਝਗੜਾ ਹੈ ਜਾਂ ਕਾਟੋ ਕਲੇਸ਼ ਕਹਿ ਲਈਏ ਜਾਂ ਤਾਣੀ ਨੂੰ ਸੁਲਝਾਉਣ ਦੀ ਬਜਾਏ ਹੋਰ ਉਲਝਾ ਦਿੱਤਾ। ਇਹਦਾ ਜਵਾਬ ਤੁਹਾਡੇ ਕੋਲ ਲੈਣਾ, ਪਰ ਉਸ ਤੋਂ ਪਹਿਲਾਂ ਹਰੀਸ਼ ਰਾਵਤ ਨੇ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ। ਉਸ ਤੋਂ ਬਾਅਦ ਉਹ ਦਿੱਲੀ ਗਏ ਨੇ। ਕਿਆ ਉਹਨਾਂ ਦੀ ਆਪਸ 'ਚ ਗੱਲਬਾਤ ਪੂਰੀ ਨਹੀਂ ਹੋਈ ਜਾਂ ਪੂਰਾ ਸੁਨੇਹਾ ਲੈਣ ਜਾਂ ਦੇਣ ਉੱਥੇ ਗਏ ਨੇ ਨਵਜੋਤ ਸਿੰਘ ਸਿੱਧੂ? ਨਵਜੋਤ ਸਿੰਘ ਸਿੱਧੂ ਨੇ, ਜਿਵੇਂ ਮੈਂ ਪਹਿਲੇ ਹਿੱਸੇ ਦੇ ਵਿੱਚ ਦੱਸਿਆ, ਆਪਣਾ ਪੱਖ ਰੱਖ ਦਿੱਤਾ ਕਿ ਅਸਲੀ ਜਿਹੜੀਆਂ ਗੱਲਾਂ ਨੇ, ਮੁੱਦੇ ਨੇ, ਉਹ ਆਹ ਨੇ, ਉਹਨਾਂ ਤੇ ਵਿਚਾਰ ਨਹੀਂ ਹੋ ਰਹੀ ਤੇ ਮੁੱਖ ਮੰਤਰੀ ਸਵਾਲਾਂ ਦੇ ਜਵਾਬ ਦੇ ਨਹੀਂ ਰਹੇ ਤੇ 18 ਪ੍ਰੋਗਰਾਮ ਵੈਸੇ ਸ਼ੋਅ ਇਹ ਕਰ ਰਹੇ ਪਏ ਉੱਤੇ ਕੰਮ ਹੋ ਰਿਹਾ ਤੇ ਟਾਈਮ ਬਾਏ ਕਰ ਰਹੇ ਨੇ ਤੇ ਕੰਮ ਨਹੀਂ ਹੋ ਰਿਹਾ। ਰਾਵਤ ਨੂੰ ਉਹਨਾਂ ਨੇ ਆਪਣੇ ਗੁੱਸੇ, ਗਿਲੇ, ਸ਼ਿਕਵੇ ਜ਼ਾਹਰ ਕਰ ਦਿੱਤੇ ਨੇ। ਰਾਵਤ ਨੂੰ ਮਿਲ ਕੇ ਗਏ ਨੇ, ਕੋਈ ਇਹੋ ਜਿਹੀ ਗੱਲ ਨਹੀਂ, ਨਾਰਾਜ਼ ਹੋ ਕੇ ਨਹੀਂ ਸ਼ਾਇਦ ਗਏ, ਪਰ ਬੀਬੀ ਪ੍ਰਿਯੰਕਾ ਗਾਂਧੀ ਨੂੰ ਮਿਲਣ ਵਾਸਤੇ ਉਹ ਦਿੱਲੀ ਪਹੁੰਚ ਗਏ ਨੇ। ਇਹ ਗੱਲ ਹੈ ਕਿ ਉੱਥੇ ਕਿਸ ਕੰਮ ਵਾਸਤੇ ਗਏ ਨੇ ਇਹ ਤੇ ਅੰਦਰੋਂ ਉਹੀ ਜਾਣਦੇ ਨੇ, ਜਾਂ ਉੱਥੇ ਜਾ ਕੇ ਕੀ ਨਵਾਂ ਜਿਹੜਾ ਹੈ, ਜਾਂ ਪ੍ਰਿਯੰਕਾ ਗਾਂਧੀ ਕੀ ਉਹਨਾਂ ਨੂੰ ਇੱਕ ਵੱਖਰੀ ਜਿਹੀ ਕੋਈ ਛੜੀ ਜਿਹੜੀ ਹੈ ਜਾਦੂ ਦੀ ਉਹ ਫੜਾ ਦਿੰਦੀ ਹੈ ਜਿਸ ਨਾਲ ਕੋਈ ਕਾਂਗਰਸ ਦਾ ਭਲਾ ਹੋ ਸਕੇ। ਪਰ ਹਰੀਸ਼ ਰਾਵਤ ਜਦੋਂ ਕੈਪਟਨ ਨੂੰ ਮਿਲਦੇ ਨੇ ਤੇ ਕੈਪਟਨ ਸਾਹਿਬ ਨੇ ਜਿਹੜੇ ਉਹਨਾਂ ਨਾਲ ਕੋਈ ਗੁੱਸੇ ਗਿਲੇ ਜ਼ਾਹਰ ਕੀਤੇ ਨੇ, ਉਹਨਾਂ ਵਿੱਚ ਇਹ ਹੈ ਕਿ ਜਿਹੜੇ ਮੁੱਦਿਆਂ ਦੀ ਤੁਸੀਂ ਸਾਨੂੰ ਜਿਹੜੇ 18 ਏਜੰਡੇ ਦਿੱਤੇ ਸੀ ਉਹਨਾਂ ਤੇ ਕੰਮ ਤੇ ਕਰ ਰਹੇ ਆ। ਬਰਗਾੜੀ ਦਾ, ਬੇਅਦਬੀ ਦਾ, ਕੋਟਕਪੂਰਾ, ਹੋਰ ਦੂਜੇ ਤੀਜੇ ਸਾਰੇ ਹੋ ਰਹੇ ਨੇ।
ਤੇ ਸਿੱਧੂ ਜਨਤਕ ਤੌਰ ਤੇ ਰੌਲੀ ਪਾਉਂਦਾ ਹੈ। ਜੀ ਸਿੱਧੂ ਨੂੰ ਚਾਹੀਦਾ ਕਿ ਮੇਰੇ ਨਾਲ ਗੱਲ ਕਰੇ ਸਿੱਧੀ, ਕੰਮ ਮੈਂ ਕਰਨੇ ਨੇ ਸਾਰੇ, ਜੀ ਮੇਰੇ ਨਾਲ ਆ ਕੇ ਗੱਲ ਕਰੇ ਜੇ ਕੋਈ ਹੈ, ਤੇ ਜਨਤਕ ਤੌਰ ਤੇ ਮੀਡੀਆ ਮੂਹਰੇ ਜਾਣ ਤੋਂ ਪਹਿਲਾਂ, ਟਵਿੱਟਰ ਤੇ ਜਾਂ ਹੋਰਨੀਆਂ ਚੀਜ਼ਾਂ ਤੇ ਜਾਂ ਫੇਸਬੁੱਕ ਪੋਸਟ ਪਾਉਣ ਤੋਂ ਪਹਿਲਾਂ ਜੀ ਉਸ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ। ਜੇ ਕੋਈ ਮੁੱਦਾ ਹੈ ਤਾਂ ਅੰਦਰ ਬੈਠ ਕੇ ਸੁਲਝਾਉਣਾ ਚਾਹੀਦਾ। ਜੀ ਪਰ ਸਿੱਧੂ ਦੇ ਨਾਲ ਰਾਵਤ ਦੀ ਜਿਹੜੀ ਗੱਲਬਾਤ ਹੋਈ ਹੈ, ਉਸ ਤੋਂ ਰਾਵਤ ਦੀਆਂ ਕੁਝ ਗੱਲਾਂ ਦਾ ਅੰਦਾਜ਼ਾ ਅਸੀਂ ਲਾਉਂਦੇ ਹਾਂ। ਫਿਰ ਤੁਸੀਂ ਉੱਥੋਂ ਆਪ ਅੰਦਾਜ਼ਾ ਲਾ ਲੈਣਾ ਕਿ ਰਾਵਤ ਉਹਨਾਂ ਤੋਂ ਨਾਰਾਜ਼ ਸਨ ਜਾਂ ਕੀ ਚਾਹੁੰਦੇ ਨੇ, ਜਾਂ ਕੇਂਦਰੀ ਹਾਈ ਕਮਾਨ ਸਿੱਧੂ ਬਾਰੇ ਕੀ ਸੋਚਦੀ ਆ। ਰਾਵਤ ਆਖਦੇ ਨੇ ਕਿ ਸਿੱਧੂ ਜਿਹੜੇ ਨੇ ਉਹ ਸੱਤਾ ਵਿਰੋਧ ਦੀ ਰਾਜਨੀਤੀ ਕਰਦੇ ਆਏ ਨੇ। ਉਹ ਕਹਿੰਦੇ ਨੇ ਕਿ ਅਕਾਲੀਆਂ ਤੇ ਭਾਜਪਾ ਦੀ ਸਰਕਾਰ ਸੀ, ਸਿੱਧੂ ਭਾਜਪਾ ਵਿੱਚ ਸੀ, ਅਕਾਲੀਆਂ ਦੀ ਨੀਤੀਆਂ ਨੂੰ ਭੰਡਦੇ ਹੋਏ, ਉਹਨਾਂ ਦੀ ਵਿਰੋਧਤਾ ਕਰਦੇ ਹੋਏ ਸਿੱਧੂ ਭਾਜਪਾ ਨੂੰ ਵੀ ਛੱਡ ਗਏ। ਇਸੇ ਤਰ੍ਹਾਂ ਹੁਣ ਸਾਡੇ ਵਿੱਚ ਵੀ ਜੇ ਕੋਈ ਖਾਮੀਆਂ ਨੇ ਤੇ ਸਿੱਧੂ ਉਸ ਚੀਜ਼ ਦੀ ਵਿਰੋਧਤਾ ਕਰ ਰਹੇ ਨੇ, ਨਾ ਕਿ ਕੋਈ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੇ ਖਿਲਾਫ ਨੇ, ਉਹ ਮੁੱਦਿਆਂ ਦੀ ਗੱਲ ਕਰ ਰਹੇ ਨੇ। ਇਹ ਗੱਲ ਉਹਨਾਂ ਨੇ ਮੰਨੀ ਕਿ ਕਈ ਵਾਰੀ ਉਹ ਬਾਹਰ ਨਿਕਲ ਜਾਂਦੇ ਨੇ ਤੇ ਜੇ ਅੰਦਰ ਬੈਠ ਕੇ ਸੁਲਝਾ ਲੈਣ ਜਾਂ ਗੱਲ ਕਰ ਲੈਣ ਤੇ ਉਹ ਜ਼ਿਆਦਾ ਬਿਹਤਰ ਹੋਵੇਗਾ। ਹਰੀਸ਼ ਰਾਵਤ ਅੱਗੇ ਕਹਿੰਦੇ ਨੇ ਕਿ ਅਸੀਂ ਸਿੱਧੂ ਨੂੰ ਇਸ ਕਰਕੇ ਬਰਦਾਸ਼ਤ ਕਰਦੇ ਹਾਂ ਕਿਉਂਕਿ ਇੱਕ ਚੰਗੇ ਬੁਲਾਰੇ ਨੇ, ਹਾਂਜੀ, ਤੇ ਲੋਕਾਂ ਨੂੰ ਜੋੜਨ ਦੀ ਸਮਰੱਥਾ ਰੱਖਦੇ ਨੇ, ਤੇ ਬੇਸਿਕਲੀ ਕਾਂਗਰਸ ਦੇ ਮਾਊਥ ਪੀਸ ਵਜੋਂ ਉਹਨਾਂ ਨੂੰ ਬਣਾ ਕੇ ਜਿਹੜਾ ਹੈ ਹਰੀਸ਼ ਰਾਵਤ ਦੀ ਗੱਲ ਮੁਤਾਬਕ ਉਹ ਪੇਸ਼ ਕੀਤਾ ਜਾਂਦਾ। ਉਹਨਾਂ ਨੇ ਕਿਹਾ ਕਿ ਜਿਵੇਂ ਮੁੱਖ ਮੰਤਰੀ ਅਹਿਮ ਹੈ, ਪਾਰਟੀ ਪ੍ਰਧਾਨ ਦਾ ਅਹੁਦਾ ਵੀ ਬਹੁਤ ਅਹਿਮ ਹੈ, ਤੇ ਪ੍ਰਧਾਨ ਵਜੋਂ ਅਸੀਂ ਉਹਨਾਂ ਨੂੰ ਇਸੇ ਕਰਕੇ ਜ਼ਿੰਮੇਵਾਰੀ ਦਿੱਤੀ ਹੈ ਕੇਂਦਰੀ ਹਾਈ ਕਮਾਨ ਨੇ ਕਿ ਉਹਨਾਂ ਦਾ ਇੱਕ ਆਪਣੀ ਜਿਹੜੀ ਦਿੱਖ ਹੈ ਉਹ ਖਾਸ ਗੱਲ ਹੈ ਉਸ ਦੇ ਵਿੱਚ, ਤੇ ਅਸੀਂ ਉਹਨਾਂ ਦੇ ਵਿੱਚ ਅਸੀਂ ਬਹੁਤ ਲੰਬੇ ਸਮੇਂ ਦਾ ਰਾਜਨੀਤੀਵਾਨ ਦੇਖ ਰਹੇ ਹਾਂ, ਇਸ ਕਰਕੇ ਅਸੀਂ ਉਹਨਾਂ ਨੂੰ ਹੁਣ ਤੱਕ ਬਰਦਾਸ਼ਤ ਕਰਦੇ ਰਹਿੰਦੇ ਹਾਂ। ਸੋ ਹਰੀਸ਼ ਰਾਵਤ ਉਹਨਾਂ ਬਾਰੇ ਕੁਝ ਇਸ ਤਰ੍ਹਾਂ ਸੋਚਦੇ ਨੇ। ਤੇ ਨਾਲ ਜਦੋਂ ਕਹਿੰਦੇ ਨੇ ਕਿ ਇਹ ਦੇਖੋ ਜੀ ਵੀ ਤੁਸੀਂ ਇੰਚਾਰਜ, ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਇੰਚਾਰਜ ਤੇ ਬਣੇ ਹੋਏ ਹੋ ਤੇ ਤੁਹਾਨੂੰ ਤੇ ਮੁਸ਼ਕਲਾਂ ਦਾ ਸਾਹਮਣਾ, ਕਦੀ ਇੱਕ ਪਾਸੇ ਬਾਗੀ ਨਾਰਾਜ਼ ਹੋ ਗਿਆ, ਪ੍ਰਗਟ ਸਿੰਘ ਆਪਣੇ ਪਾਸਿਓਂ ਬੋਲਦੇ ਨੇ, ਨਵਜੋਤ ਸਿੰਘ ਸਿੱਧੂ ਵਾਲਾ ਫਰੰਟ ਖੁੱਲਾ ਹੋਇਆ, ਇਹ ਕੀ ਹੋ ਕੀ ਰਿਹਾ। ਉਹਨਾਂ ਨੇ ਕਿਹਾ ਜੀ ਵੀ ਇਹ ਵੈਸੇ ਮਸਲਿਆਂ ਦਾ ਹੱਲ ਜਿਹੜਾ ਜ਼ਰੂਰ ਅਸੀਂ ਲੱਭਾਂਗੇ, ਅਸੀਂ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਨੁਕਸਾਨ ਨਾ ਹੋਵੇ ਇਸ ਗੱਲ ਦਾ ਖਿਆਲ ਰੱਖਾਂਗੇ। ਪਰ ਉਹਨਾਂ ਨੇ ਕਿਹਾ ਕਿ ਪੰਜਾਬੀ ਜਿਹੜੇ ਨੇ ਆਪਣੇ ਸੁਭਾਅ ਮੁਤਾਬਕ ਖੁੱਲ੍ਹ ਕੇ ਬੋਲਦੇ ਨੇ ਹਮੇਸ਼ਾ ਹਰ ਥਾਂ, ਤੇ ਕੋਈ ਅੰਦਰ ਲੁਕੋ ਕੇ ਗੱਲ ਕਰਦੇ ਨੇ, ਇਸ ਕਰਕੇ ਸੁਭਾਵਿਕ ਹੈ ਮੈਂ ਕੋਈ ਬਹੁਤਾ ਇਸ ਗੱਲ ਤੇ ਕੋਈ ਹੱਲਾ ਗੁੱਲਾ ਨਹੀਂ ਵਜਾਉਣਾ ਚਾਹੁੰਦਾ ਕਿ ਇਹ ਬਾਹਰ ਕਿਉਂ ਬੋਲ ਰਹੇ ਨੇ। ਤੇ ਕੁਲਦੀਪ ਜੀ, ਤੁਹਾਨੂੰ ਨਹੀਂ ਲੱਗਦਾ ਕਿ ਹਰੀਸ਼ ਰਾਵਤ ਪੰਜਾਬ ਆਏ ਮਾਮਲੇ ਨੂੰ ਸੁਲਝਾਉਣ ਲਈ, ਤੇ ਮਾਮਲਾ ਸੁਲਝਿਆ ਤਾਂ ਨਹੀਂ ਪਰ ਲਮਕ ਗਿਆ ਲੱਗਦਾ ਹੈ? ਮੈਂ ਸਮਝਦਾ ਕਿ ਹਰੀਸ਼ ਰਾਵਤ ਨੂੰ ਜੇ ਇਸ ਸਾਰੇ ਘਟਨਾਕ੍ਰਮ ਦੇ ਵਿੱਚੋਂ ਨੰਬਰ ਦੇਣੇ ਹੋਣ ਤੇ ਉਹਨਾਂ ਦੇ ਨੰਬਰ ਕਾਫੀ ਬਣਦੇ ਨੇ। ਉਹ ਕਾਰਨ ਮੇਰੇ ਵਿਅਕਤੀਗਤ ਸੋਚ ਦੇ ਅਨੁਸਾਰ ਅਸੀਂ ਇਸ ਤਰ੍ਹਾਂ ਨਾ ਦੇਖੀਏ ਕਿ ਮਾਮਲੇ ਨੂੰ ਸੁਲਝਾ ਨਹੀਂ ਸਕੇ। ਮੈਂ ਸਮਝਦਾ ਕਿ ਉਹ ਸਿਆਣੇ ਆਗੂ ਸਨ, ਜਿਵੇਂ ਕੱਲ੍ਹ ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਨੇ ਪੜ੍ਹਾਈ ਵੀ ਕੀਤੀ ਹੋਈ ਹੈ, ਰਾਜਨੀਤੀ ਵੀ ਤੇ ਹੋਰ ਵੀ, ਜਿਵੇਂ ਉਹਨਾਂ ਨੇ 5 ਪਿਆਰੇ ਵਾਲੀ ਗੱਲ ਤੋਂ ਬਾਅਦ ਮੁਆਫੀ ਮੰਗੀ ਹੈ, ਸਪਸ਼ਟੀਕਰਨ ਦਿੱਤਾ ਵੀ ਹੈ, ਪਰ ਨਾਲ ਬਿਨਾਂ ਸ਼ਰਤ ਮੁਆਫੀ ਮੰਗੀ ਹੈ, ਉਹਨਾਂ ਦੀ ਮੈਚੁਰਿਟੀ ਲੈਵਲ ਨੂੰ ਦਰਸਾਉਂਦਾ ਹੈ ਕਿ ਉਹਨਾਂ ਦਾ ਕਿਹੋ ਜਿਹਾ ਪੱਧਰ ਹੈ। ਮੇਰੇ ਖਿਆਲ ਵਿੱਚ ਕੋਈ ਹੋਰ ਇਹ ਮੈਚਿਓਰ, ਕੋਈ ਇੰਨਾ ਸਿਆਣਾ ਵਿਅਕਤੀ ਨਾ ਹੋ ਕੇ ਉਹਨਾਂ ਦੀ ਜਗ੍ਹਾ ਤੇ ਕੋਈ ਹੋਰ ਕਾਂਗਰਸ ਦਾ ਇੰਚਾਰਜ ਹੁੰਦਾ ਤੇ ਹੁਣ ਤੱਕ ਵੱਡਾ ਖਲਾਰਾ ਪੈ ਚੁੱਕਾ ਹੁੰਦਾ। ਇਹ ਹਰੀਸ਼ ਰਾਵਤ ਹੀ ਨੇ ਜਿਹੜੇ ਹੁਣ ਤੱਕ ਭੱਜੇ ਫਿਰਦੇ ਨੇ, ਤੇ ਉੱਤਰਾਖੰਡ ਵਿੱਚ ਉਹਨਾਂ ਦੇ ਸੂਬੇ ਵਿੱਚ ਵੋਟਾਂ ਹੁਣ 4 ਮਹੀਨੇ ਬਾਅਦ ਇੰਨੇ ਵੱਡੇ ਉੱਥੇ ਇਸ਼ੂ ਬਣੇ ਹੋਣ ਤੇ ਉਹ ਪੰਜਾਬ ਘੁੰਮ ਰਹੇ ਹੋਣ, ਤੇ ਕਦੀ ਉਸ ਕੋਲ ਕਦੀ ਉਸ ਕੋਲ, ਤੇ ਕਦੀ ਇਹ ਵੀ ਦਿਨ ਦੇਖਣਾ ਪਵੇ ਕਦੀ ਉਹਨਾਂ ਨੂੰ ਕੋਈ ਟਾਈਮ ਨਹੀਂ ਦੇ ਰਿਹਾ ਤੇ ਕਦੀ ਕੋਈ ਟਾਈਮ ਨਹੀਂ ਰਿਹਾ। ਕੋਈ ਬੰਦਾ ਖਿਝ ਹੀ ਜਾਂਦਾ ਅਕਸਰ, ਯਾਰ ਛੱਡੋ ਪਰੇ, ਮੈਂ ਤੁਹਾਡੇ ਤੋਂ ਕੀ ਲੈਣਾ ਦੇਣਾ, ਮੈਂ ਉੱਥੇ ਹੀ ਖੁਸ਼ ਹਾਂ। ਪਰ ਉਹ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਇਹ ਪਾੜਾ ਬਹੁਤ ਵੱਡਾ ਹੈ, ਇੰਨਾ ਵੱਡਾ ਪਾੜਾ ਹੈ ਵੀ ਇਸ ਨੂੰ ਮਿਟਣਾ ਜਿਹੜਾ ਹੈ ਉਹ 3-4 ਮਹੀਨਿਆਂ ਵਾਸਤੇ ਵੀ ਸੰਭਵ ਨਹੀਂ ਜਾਪਦਾ। ਜੇ 3-4 ਮਹੀਨੇ ਤੱਕ ਢੱਕ ਲਪੇਟ ਕੇ ਕਾਂਗਰਸ ਵਾਲੇ ਕਿਸੇ ਗੱਲ ਤੱਕ ਪਹੁੰਚ ਵੀ ਜਾਂਦੇ ਨੇ ਜਾਂ ਇਲੈਕਸ਼ਨਾਂ ਲੜਨ ਦੀ ਨੌਬਤ ਆ ਵੀ ਜਾਂਦੀ, ਇਸੇ ਤਰ੍ਹਾਂ ਅੱਗੇ ਨਿਕਲ ਵੀ ਜਾਂਦੇ ਨੇ, ਬਾਅਦ ਵਿੱਚ ਕੀ ਹੋਵੇਗਾ ਇਸ ਗੱਲ ਦੀ ਤੇ ਕੋਈ ਗਰੰਟੀ ਨਹੀਂ। ਤੇ ਕੁਲਦੀਪ ਜੀ, ਹੁਣ ਗੱਲ ਕਰਦੇ ਹਾਂ ਉਸ ਸ਼ਖਸ ਦੀ ਜਿਹੜਾ ਪਿਛਲੇ ਦਿਨਾਂ ਤੋਂ ਕਾਫੀ ਵਿਵਾਦਾਂ ਦੇ ਵਿੱਚ ਹੈ। ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਚਰਚਾ ਹੋ ਰਹੀ ਹੈ ਇਸ ਵੇਲੇ, ਖਾਸ ਤੌਰ ਤੇ ਕਿਸੇ ਮਾਮਲੇ ਨੂੰ ਲੈ ਕੇ ਨਹੀਂ, ਪਰ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੈ, ਤੇ ਉਹ ਵੀਡੀਓ ਦਾ ਅਸਲੀ ਸੱਚ ਕੀ ਹੈ? ਵੀਡੀਓ ਦਾ ਅਸਲੀ ਸੱਚ ਤੇ ਇਹ ਹੈ ਕਿ 18 ਤੇ 19 ਅਗਸਤ ਦੀ ਰਾਤ ਨੂੰ ਇਹ ਜਿਹੜੀ ਹੈ ਇਹ ਵੀਡੀਓ, ਜਿਸ ਦੀਆਂ ਕੁਝ ਪਹਿਲਾਂ ਫੋਟੋਆਂ ਵੀ ਆਈਆਂ ਸੀ, ਹੁਣ ਉਸ ਦੀ ਕੁਝ ਵੀਡੀਓ ਫੁਟੇਜ ਸਾਹਮਣੇ ਆਈ ਆ।
ਇੱਕ ਤੇ ਇਹ ਹੈ ਕਿ ਰਾਤ ਨੂੰ ਕੋਈ 8 ਵਜੇ ਇੱਕ ਕਾਰ ਦੇ ਵਿੱਚੋਂ ਉਤਰਦੇ ਹੋਏ ਸੁਮੇਧ ਸੈਣੀ ਦੇਖੇ ਜਾ ਸਕਦੇ ਨੇ ਇੰਟੈਲੀਜੈਂਸ ਦੇ ਦਫ਼ਤਰ ਦੇ ਬਾਹਰ ਜੀ ਤੇ ਉਹ ਅੰਦਰ ਨੂੰ ਆ ਰਹੇ ਨੇ, ਨਾਲ ਉਹਨਾਂ ਦੇ ਕੁਝ ਪੁਲਿਸ ਦੇ ਅਧਿਕਾਰੀ ਨੇ। ਤੇ ਫਿਰ ਜਦੋਂ ਉੱਥੇ ਰੁਕਦੇ ਨੇ, ਉਹ ਪੁੱਛਗਿੱਛ ਲਈ ਆਏ ਸਨ, ਉਹਨਾਂ ਨੂੰ ਬੁਲਾਇਆ ਗਿਆ ਸੀ। ਤੇ ਜਦੋਂ ਉੱਥੇ ਆ ਜਾਂਦੇ ਨੇ ਤਾਂ ਇੰਟੈਲੀਜੈਂਸ ਵਾਲੇ ਨੇ ਜਿਹੜੇ ਨੇ ਉਹ ਫਿਰ ਆਪਣੇ ਵੱਡੇ ਅਧਿਕਾਰੀਆਂ ਨੂੰ ਬੁਲਾ ਲੈਂਦੇ ਨੇ। ਗੱਲ ਲੰਮੀ ਖਿੱਚਦੀ ਜਾਂਦੀ ਹੈ। 8 9 10 11 12 1 ਵੱਜਦਾ ਹੈ ਰਾਤ ਦਾ ਤੇ ਸਾਰਾ ਮਾਮਲਾ ਖਿਲਰ ਜਾਂਦਾ ਹੈ। ਵੱਡੇ ਅਧਿਕਾਰੀ ਆ ਕੇ ਪਹਿਲਾਂ ਤਾਂ ਇੱਕ ਵੀਡੀਓ ਆਉਂਦੀ ਹੈ ਜਿਸ ਵਿੱਚੋਂ ਕਾਰ ਵਿੱਚੋਂ ਨਿਕਲ ਕੇ ਉਹ ਅੰਦਰ ਨੂੰ ਆ ਰਹੇ ਨੇ ਤੇ ਉਹਨਾਂ ਨੂੰ ਲਿਆਂਦਾ ਜਾ ਰਿਹਾ। ਉਹਨਾਂ ਨੇ ਚਿੱਟੇ ਕੱਪੜੇ ਪਾਏ ਨੇ ਤੇ ਇੱਕ ਹੈਟ ਲਈ ਹੋਈ ਹੈ। ਫਿਰ ਜਦੋਂ ਅੰਦਰ ਆ ਜਾਂਦੇ ਨੇ ਤਾਂ ਇੱਕ ਵੀਡੀਓ ਦੇ ਵਿੱਚ ਉਹ ਦੇਖਿਆ ਜਾ ਸਕਦਾ ਹੈ ਕਿ ਕੁਝ ਅਧਿਕਾਰੀ ਉਹਨਾਂ ਨੂੰ ਬਾਹਾਂ ਤੋਂ ਫੜ ਕੇ ਅੰਦਰ ਨੂੰ ਲੈ ਕੇ ਜਾ ਰਹੇ ਨੇ। ਫਿਰ ਰਾਤ ਦੇ ਤਕਰੀਬਨ 1:38 ਦੀ ਇੱਕ ਵੱਖਰੇ ਕੈਮਰੇ ਦੀ ਵੀਡੀਓ ਹੈ ਜਿਸ ਦੇ ਵਿੱਚ ਵੇਖਿਆ ਜਾ ਸਕਦਾ ਕਿ ਉਹ ਕੰਧ ਨਾਲ ਢੋਲ ਆ ਕੇ ਖੜੇ ਨੇ ਤੇ ਫਿਰ ਹੌਲੀ ਹੌਲੀ ਨਟਾਲ ਹੋ ਕੇ ਡਿੱਗ ਪੈਂਦੇ ਨੇ। ਹੁਣ ਇਸ ਗੱਲ ਦੇ ਵਿੱਚ ਇਹ ਕੁਝ ਪਤਾ ਨਹੀਂ ਕਿ ਉਹਨਾਂ ਨੂੰ ਕੋਈ ਸਿਹਤ ਦੀ ਕੋਈ ਸਮੱਸਿਆ ਸੀ। ਜਿਸ ਹਵਾਲਾਤ ਦੇ ਵਿੱਚ ਉਹ ਬੰਦ ਨੇ ਉਸ ਦਾ ਦਰਵਾਜ਼ਾ ਖੁੱਲ੍ਹਾ ਹੋਇਆ, 4-5 ਅਧਿਕਾਰੀ ਉਸ ਦੇ ਬਾਹਰ ਨੇ। ਫਿਰ ਉਹ ਮਦਦ ਕਰਨ ਲਈ ਜਾਂਦੇ ਨੇ ਤੇ ਉਹਨਾਂ ਨੂੰ ਉਠਾਉਂਦੇ ਨੇ ਜਾਂ ਕੁਛ ਕਰਦੇ ਨੇ। ਇਹ ਕਲਿੱਪ ਇੰਨੇ ਕੁ ਨੇ। ਪਹਿਲੀ ਤਾਂ ਗੱਲ ਇਹ ਕਿ ਜਦੋਂ ਉਹਨਾਂ ਦੀ ਗ੍ਰਿਫਤਾਰੀ ਹੋਈ ਰਾਤ ਨੂੰ, ਜਿੱਦਣ ਉਹ ਗ੍ਰਿਫਤਾਰ ਹੋਏ ਨੇ ਉਸ ਦਿਨ ਫੋਟੋਆਂ ਜਿਹੜੀਆਂ ਆਉਂਦੀਆਂ ਨੇ ਉਹ ਬਾਹਰ ਕਿਵੇਂ ਆਈਆਂ? ਇੰਟੈਲੀਜੈਂਸ ਦਾ ਜਾਂ ਪੁਲਿਸ ਦਾ ਜਾਂ ਜਿਹੜੀ ਵੀ ਬਿਊਰੋ ਦਾ ਉਹ ਦਫ਼ਤਰ ਹੈ, ਕਿਸ ਤਰ੍ਹਾਂ ਦੀ ਉੱਥੇ ਸਿਕਿਉਰਿਟੀ ਦੇ ਪ੍ਰਬੰਧ ਹੋਣਗੇ ਕਿ Z+ ਸਿਕਿਉਰਿਟੀ ਵਾਲਾ ਵਿਅਕਤੀ, ਸੁਰੱਖਿਆ ਵਾਲਾ ਵਿਅਕਤੀ ਜਿਸ ਨੂੰ ਮਿਲੀ ਹੋਈ ਹੋਵੇ, ਉਸ ਦੀਆਂ ਫੋਟੋਆਂ ਇੰਨੀ ਆਸਾਨੀ ਨਾਲ ਬਾਹਰ ਆ ਜਾਣ ਤੇ ਕੋਈ ਕਾਰਵਾਈ ਨਾ ਹੋਵੇ, ਕੋਈ ਜਾਂਚ ਨਾ ਹੋਵੇ ਉਸ ਮੁੱਦੇ ਤੇ। ਉਹ ਜ਼ਮਾਨਤ ਉਹਨਾਂ ਦੀ ਹੋ ਜਾਂਦੀ ਹੈ ਅਗਲੇ ਦਿਨ, ਉਹ ਇੱਕ ਵੱਖਰਾ ਵਿਸ਼ਾ ਹੈ। ਹੁਣ ਵੀ CCTV ਦੀ ਫੁਟੇਜ ਆਉਂਦੀ ਜਿਹੜੇ ਉੱਥੇ ਲੱਗੇ ਹੋਏ ਨੇ। ਕੀ ਉਹ CCTV ਦੀ ਫੁਟੇਜ ਜਿਹੜਾ ਵੀ ਜਾਂਦਾ ਹੈ ਕੋਈ ਪੈਨ ਡਰਾਈਵ ਲੈ ਕੇ ਭਾਈ ਮੈਨੂੰ ਦੇ ਦਿਓ, ਉਹਨੂੰ ਮਿਲ ਜਾਂਦੀ ਹੈ ਜਾਂ ਕਿਸੇ ਖਾਸ ਮੀਡੀਆ ਨੂੰ ਕਿਸੇ ਖਾਸ ਮਕਸਦ ਨਾਲ ਦਿੱਤੀ ਗਈ ਹੈ? ਇਹਨਾਂ ਗੱਲਾਂ ਦੇ ਜਵਾਬ ਜਾਂਚ ਤੋਂ ਬਾਅਦ ਮਿਲ ਸਕਦੇ, ਪਰ ਜਾਂਚ ਤੇ ਮੈਨੂੰ ਲੱਗਦਾ ਸ਼ੁਰੂ ਵੀ ਨਹੀਂ ਹੋ ਰਹੀ। ਇੱਕ ਸਾਬਕਾ DGP ਦੇ ਬਾਰੇ ਇਸ ਤਰ੍ਹਾਂ ਜਾਂ ਭਾਵੇਂ ਕੋਈ ਵੀ ਵਿਅਕਤੀ ਉਸ ਦਫ਼ਤਰ ਦੇ ਵਿੱਚੋਂ ਇਸ ਤਰ੍ਹਾਂ ਉਸ ਦੀ ਵੀਡੀਓ ਫੁਟੇਜ ਨਿਕਲ ਕੇ, ਉਹ ਵੀ 1 ਨਹੀਂ 2 ਨਹੀਂ 3 ਕੈਮਰਿਆਂ ਦੀ ਘੱਟੋ ਘੱਟ ਵੱਖਰੀ ਜਿਹੜੇ ਕਲਿੱਪ ਹਨ ਉਹਨਾਂ ਨੂੰ ਕੱਟ ਕੇ ਜੋੜਿਆ ਗਿਆ। ਕਿਸੇ ਨੇ ਚੰਗੀ ਤਰ੍ਹਾਂ ਐਡਿਟ ਕੀਤੇ ਹੋਏ ਨੇ ਉਹ। ਤੇ ਇੰਨੀ ਤਿਆਰੀ ਨਾਲ ਵੀਡੀਓ ਜਿਹੜੀ ਹੈ ਬਾਹਰ ਰਿਲੀਜ਼ ਕੀਤੀ ਗਈ ਹੈ, ਕਿਸ ਨੇ ਕੀਤੀ ਹੈ, ਕਿਸ ਮਨਸ਼ਾ ਨਾਲ, ਮਕਸਦ ਨਾਲ ਕੀਤੀ ਹੈ, ਇਸ ਦੀ ਜਾਂਚ ਹੋਣੀ ਬਣਦੀ ਹੈ। ਹੁਣ ਸੁਮੇਧ ਸੈਣੀ ਜਦੋਂ ਉੱਥੇ ਆਉਂਦੇ ਨੇ ਤੇ ਇਸ ਬਾਰੇ ਅਟਕਲਾਂ ਨੇ ਕਿ ਹੋ ਸਕਦਾ ਬੇਹੋਸ਼ ਹੋ ਗਏ ਜਾਂ ਉਹ ਜਦੋਂ ਰਾਤ ਉੱਥੇ ਉਹਨਾਂ ਨੂੰ ਆ ਗਏ ਤੇ ਗਰਮੀ ਸੀ ਜਾਂ ਕੁਛ ਸੀ ਤੇ ਉਹ ਉਹਨਾਂ ਨੂੰ ਸੌਣ ਲਈ ਆਖਿਆ ਗਿਆ ਤੇ ਉਹ ਸੁੱਤੇ ਨਹੀਂ ਕਿਉਂਕਿ ਉਹ ਉਡੀਕ ਕਰ ਰਹੇ ਸੀ ਵੀ ਮੈਨੂੰ ਗ੍ਰਿਫਤਾਰੀ ਤੇ ਮੇਰੀ ਹੋ ਚੁੱਕੀ ਹੈ ਤੇ ਕਿਉਂ ਮੈਂ ਆਪਣੇ ਵਕੀਲਾਂ ਨਾਲ ਸੰਪਰਕ ਕਰਾਂ। ਤੇ ਵਕੀਲ ਜਿਹੜੇ ਸੀ ਚਾਰਾਜੋਈ ਕਰ ਰਹੇ ਸੀ ਕਿ ਕਿਵੇਂ ਨਾ ਕਿਵੇਂ ਜਲਦੀ ਉਹਨਾਂ ਨੂੰ ਹਵਾਲਾਤ ਦੇ ਵਿੱਚੋਂ ਰਿਹਾ ਜਾਂ ਜ਼ਮਾਨਤ ਜਾਂ ਜੋ ਵੀ ਹੈ ਉਹਨਾਂ ਦਾ ਹੋ ਜਾਵੇ। ਤੇ ਉਹ ਆਪਣੇ ਵਕੀਲਾਂ ਨਾਲ ਲਗਾਤਾਰ ਗੱਲਬਾਤ ਕਰ ਰਹੇ ਸਨ ਤੇ ਵਕੀਲਾਂ ਦੀ ਉਡੀਕ ਦੇ ਵਿੱਚ ਸ਼ਾਇਦ ਉਹ ਰਾਤ ਦੇ 1:30 ਵਜੇ ਤੱਕ ਸੁੱਤੇ ਨਹੀਂ ਤੇ ਇਸ ਕਰਕੇ ਜਿਹੜਾ ਉਹ ਡਿੱਗ ਪਏ। ਇਹ ਸਾਰੀਆਂ ਗੱਲਾਂ ਦੀ ਮੈਂ ਸਮਝਦਾ ਕਿ ਨਮੋਸ਼ੀ ਪਹਿਲੇ ਅਦਾਲਤ ਨੇ ਜਿਹੜੀ ਝੜਕਾਂ ਮਾਰ ਦਿੱਤੀਆਂ ਸੀ ਸੰਬੰਧਿਤ ਅਧਿਕਾਰੀਆਂ ਨੂੰ, ਸੰਸਥਾਵਾਂ ਨੂੰ। ਪਰ ਇਹ ਫਿਆਸਕੋ ਜਿਹੜਾ ਹੈ ਇਸ ਮਾਮਲੇ 'ਚ ਸਾਡੇ ਮੰਤਰੀ ਵੀ ਕਈ ਨਾਰਾਜ਼ ਹੋਏ ਸਨ ਕਿ ਹੋਇਆ ਕੀ ਹੈ ਸਾਰਾ ਕੁਝ। ਇਸ ਦੀ ਜਾਂਚ ਹੋਣੀ ਬਣਦੀ ਹੈ। ਇਹਨਾਂ ਹਲਕੇ ਦੇ ਵਿੱਚ ਕਾਨੂੰਨ ਨੂੰ ਸਸਤੇ ਦੇ ਵਿੱਚ ਕੋਈ ਸਮਝ ਲਵੇ ਤੇ ਜਿਹੜਾ ਮਰਜ਼ੀ ਜਿੱਥੋਂ ਮਰਜ਼ੀ ਵੀਡੀਓ ਫੁਟੇਜ ਘਟਾ ਕੇ ਜਿਹੜਾ ਜੋ ਮਰਜ਼ੀ ਉਹ ਘਟਨਾ ਨੂੰ ਕਿਸੇ ਨੂੰ ਅੰਜਾਮ ਦੇ ਸਕਦਾ ਹੈ। ਇੰਨਾ ਸਭ ਕੁਝ ਸੌਖਾ ਨਹੀਂ ਹੋਣਾ ਚਾਹੀਦਾ। ਤੇ ਕੁਲਦੀਪ ਜੀ, ਅਗਲੇ ਮੁੱਦੇ ਤੇ ਤੁਹਾਡੇ ਵਿਚਾਰ ਜਾਣਾਂਗੇ, ਪਰ ਵੇਲਾ ਹੈ ਬ੍ਰੇਕ ਦਾ। ਸੋ ਪੰਜਾਬੀ ਨੈਸ਼ਨਲ TV ਤੇ ਵਿਚਾਰ ਚਰਚਾ ਪ੍ਰੋਗਰਾਮ ਇਸੇ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਇਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਤੇ ਕੁਲਦੀਪ ਸਿੰਘ ਹੀਰ ਜੀ, ਹੁਣ ਗੱਲ ਕਰਦੇ ਹਾਂ ਉਸ ਮੋਰਚੇ ਦੀ ਜਿਹਨੂੰ ਅੱਜ ਕੱਲ੍ਹ ਮੋਰਚਾ ਨਹੀਂ ਕਹਿੰਦੇ, ਉਹਨੂੰ ਕਹਿੰਦੇ ਕਿਸਾਨ ਯੂਨੀਵਰਸਿਟੀ। ਤੇ ਕਿਸਾਨ ਯੂਨੀਵਰਸਿਟੀ ਜਿਹੜੀ ਦਿੱਲੀ ਦੀਆਂ ਬਰੂਹਾਂ ਤੇ ਲੱਗੀ ਹੋਈ ਹੈ, ਉਹਦੇ ਵਿੱਚ ਨਵੀਂ ਹਲਚਲ ਹੋ ਰਹੀ ਹੈ। ਕਿਤੇ 5 ਸਤੰਬਰ ਦਾ ਕੋਈ ਪ੍ਰੋਗਰਾਮ ਹੈ ਜਿਹੜਾ ਮੁਜ਼ੱਫਰਨਗਰ ਦਾ ਚਰਚਾ ਇਸ ਵੇਲੇ ਹੋ ਰਿਹਾ ਹੈ। ਮੁਜ਼ੱਫਰਨਗਰ ਦੀ ਜਾਣਕਾਰੀ ਹੋਰ ਕੀ ਹੈ ਇਸ ਬਾਰੇ ਤੁਹਾਡੇ ਕੋਲ? ਇੱਕ ਤਾਂ ਇਹ ਹੈ ਕਿ ਮੁਜ਼ੱਫਰਨਗਰ 2013 ਦੇ ਵਿੱਚ ਚਰਚਾ 'ਚ ਆਇਆ ਸੀ, ਦੰਗੇ ਹੋਏ ਸੀ ਉੱਥੇ। ਆਮ ਤੌਰ 'ਤੇ ਹਿੰਦੂ ਮੁਸਲਿਮ ਭਾਈਚਾਰੇ ਦਾ ਟਕਰਾਅ ਜਿਹੜਾ ਉੱਥੇ ਕਦੇ-ਕਦੇ ਵੇਖਣ ਨੂੰ ਮਿਲਦਾ ਹੈ। ਬੜੀ ਅਹਿਮ ਜਗ੍ਹਾ ਹੈ।
ਔਰ ਯੂਪੀ ਦੇ ਵਿੱਚ ਆਪਣੀ ਪੈਂਠ ਜਮਾਉਣ ਵਾਸਤੇ ਤੇ ਯੂਪੀ ਦੇ ਵਿੱਚ ਯੋਗੀ ਸਰਕਾਰ ਨੂੰ ਝਟਕਾ ਦੇਣ ਵਾਸਤੇ ਕਿਸਾਨਾਂ ਦਾ ਇਹ ਵੱਡਾ ਹਮਲਾ ਹੈ ਜੀ। ਇਸ ਵਿੱਚ ਸੰਯੁਕਤ ਕਿਸਾਨ ਮੋਰਚਾ ਤੇ ਇਹਦੇ ਨਾਲ ਹੋਰ ਸੰਬੰਧਿਤ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋ ਗਈਆਂ ਨੇ। ਇੱਕ ਤੇ ਇਹ ਹੈ ਕਿ ਪੰਜਾਬ ਤੇ ਹਰਿਆਣੇ ਤੋਂ ਬਹੁਤ ਕਿਸਾਨ ਉੱਥੇ ਪਹੁੰਚ ਰਹੇ ਨੇ। ਜੀ। ਪੰਜਾਬ ਤੋਂ ਜੇ ਜਾਣਾ ਹੋਵੇ ਅੰਬਾਲੇ ਬਲਦੀ ਤੇ ਜਿੰਨਾ ਕੁ ਦਿੱਲੀ ਦਾ ਸਫ਼ਰ ਆ ਉਨਾ ਕੁ ਹੀ ਮੁਜ਼ੱਫਰਨਗਰ ਦਾ। ਜੀ। ਮੁਜ਼ੱਫਰਨਗਰ ਪਹੁੰਚ ਰਹੇ ਨੇ ਸਾਰੇ ਤਿਆਰੀਆਂ ਬੰਨ੍ਹ ਕੇ। ਮੁਜ਼ੱਫਰਨਗਰ 'ਚ ਸਰਕਾਰ ਬੀਜੇਪੀ ਦੀ ਆ। ਜੀ। ਇਹ ਬੰਗਾਲ ਜਾਂ ਪੰਜਾਬ ਨਹੀਂ, ਜੀ। ਪਰ ਜਿਵੇਂ ਰਾਜਸਥਾਨ 'ਚ ਵੀ ਰੈਲੀਆਂ ਹੋਈਆਂ ਨੇ, ਮਹਾਂ ਪੰਚਾਇਤਾਂ ਹੋਈਆਂ ਨੇ, ਇਸ ਨੂੰ ਮੁਜ਼ੱਫਰਨਗਰ ਮਹਾਂ ਪੰਚਾਇਤ ਆਖਿਆ ਜਾ ਰਿਹਾ। ਜੀ। ਹੁਣ ਇਸ ਦੀ ਤਿਆਰੀ ਸਰਕਾਰ ਕਿਵੇਂ ਦੀ ਕਰੇਗੀ? ਜਿਵੇਂ ਅਕਸਰ ਦੇਖਿਆ ਜਾਂਦਾ ਹੈ ਕਿ ਬੜੀ ਘਟੀਆ ਪੱਧਰ ਦੀ ਕਈ ਵਾਰੀ ਰਾਜਨੀਤੀ ਜਿਹੜੀ ਹੈ ਪੰਜਾਬ ਵਿੱਚ ਵੇਖਣ ਨੂੰ ਮਿਲਦੀ ਹੈ ਜੀ। ਕਿ ਜਦੋਂ ਸ਼ਹੀਦਾਂ ਦੇ ਸਮਾਰਕਾਂ 'ਤੇ ਕਈ ਵਾਰੀ ਉਹਨਾਂ ਦੇ ਸ਼ਹੀਦੀ ਦਿਨ ਆਉਂਦੇ ਨੇ ਤੇ ਫਿਰ ਜਿਹੜੀਆਂ ਸਿਆਸੀ ਪਾਰਟੀਆਂ ਹੁੰਦੀਆਂ ਨੇ ਉਹ ਆਪਣੇ ਪੰਡਾਲ ਲਈ ਤੇ ਜਗ੍ਹਾ ਸੋਹਣੇ ਤਰੀਕੇ ਨਾਲ ਤਿਆਰ ਕਰਦੀਆਂ ਨੇ ਜੀ। ਤੇ ਜਿੱਥੇ ਵਿਰੋਧੀਆਂ ਦੇ ਲੱਗਣੇ ਹੁੰਦੇ ਨੇ ਉੱਥੇ ਮੋਟਰਾਂ ਚਲਾ ਕੇ ਪਾਣੀ ਛੱਡ ਦਿੱਤਾ ਜਾਂਦਾ ਹੈ। ਜੀ। ਯੂਪੀ ਸਰਕਾਰ ਕੀ ਕਰੇਗੀ ਤੇ ਯੂਪੀ ਵਾਲੇ ਜਿਹੜੇ ਇੰਨੀ ਦੂਰੋਂ ਲੋਕ ਆਉਣੇ ਨੇ ਉਹਨਾਂ ਲਈ ਕੀ ਕਰਨਗੇ? ਜੀ। ਇਹਦੇ ਬਾਰੇ ਜੋ ਉੱਥੇ ਦੀ ਖਾਪ ਪੰਚਾਇਤ ਸਿਸਟਮ ਹੈ ਉਸ ਦਾ ਸਹਾਰਾ ਲੈ ਕੇ ਪ੍ਰਬੰਧ ਕਰਨ ਦੇ ਯਤਨ ਕੀਤੇ ਜਾ ਰਹੇ ਨੇ। ਜੀ। ਇੱਕ ਤੇ ਇੰਟਰ ਕਾਲਜ ਦੀ ਗਰਾਊਂਡ ਦੇ ਵਿੱਚ ਜਿਹੜਾ ਹੈ ਸਾਰਾ ਸਿਸਟਮ ਹੋਵੇਗਾ। ਜੀ। ਮਹਾਂ ਪੰਚਾਇਤ ਹੋਵੇਗੀ, ਸਾਰਾ ਦਿਨ ਚੱਲੇਗੀ। ਇਸ ਵਿੱਚ ਸੰਯੁਕਤ ਕਿਸਾਨ ਮੋਰਚੇ ਤੋਂ ਇਲਾਵਾ ਵੀ ਕਈ ਸਮਾਜਿਕ ਕਾਰਕੁਨ ਹੋਰ ਜਿੰਨੇ ਲੋਕ ਉੱਥੇ ਪਹੁੰਚਣਗੇ, ਕਿਸਾਨ ਜਿੱਥੋਂ ਵੀ, ਜੀ। ਉਹ ਸਾਰੇ ਪਹੁੰਚ ਰਹੇ ਨੇ। ਜੀ। ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ, ਕਸਬਿਆਂ ਵਿੱਚ ਵੀ ਨੁੱਕੜ ਮੀਟਿੰਗਾਂ ਕਰਕੇ ਖਾਪ ਦੇ ਜ਼ਰੀਏ ਜਿਹੜੇ ਸਮਾਜਿਕ ਕਾਰਕੁਨ ਨੇ ਉਹ ਲੋਕਾਂ ਨੂੰ ਲਾਮਬੰਦ ਕਰਨ ਦਾ ਯਤਨ ਕਰ ਰਹੇ ਨੇ ਤੇ ਜਾਣਕਾਰੀ ਦੇ ਰਹੇ ਨੇ ਕਿ ਭਾਈ ਯੂਪੀ ਵਾਲਿਓ, ਪੰਜਾਬ ਤੇ ਹਰਿਆਣੇ ਵਾਲੇ ਜਾਗੇ ਹੋਏ ਨੇ ਕਿਸਾਨ, ਤੁਸੀਂ ਵੀ ਉੱਠੋ। ਜੀ। ਵੋਟਾਂ ਨੇ। ਯੂਪੀ ਵਾਲੇ ਕਿਸਾਨ ਅਜੇ ਤੱਕ ਇਸ ਹੱਦ ਤੱਕ ਸੁੱਤੇ ਪਏ ਨੇ ਕਿ ਪੰਜਾਬ ਵਾਲਿਆਂ ਨੇ ਤੇ ਰੌਲਾ ਪਾ ਕੇ ਹਰਿਆਣੇ ਵਾਲਿਆਂ ਤੋਂ 2 ਰੁਪਏ ਉੱਪਰ ਰੇਟ ਲੈ ਲਿਆ ਜੀ। ਤੇ ਯੂਪੀ ਵਿੱਚ ਅਜੇ ਵੀ ਪਿਛਲੇ 5 ਸਾਲਾਂ ਤੋਂ 325 ਰੁਪਏ ਰੇਟ ਹੈ। ਜੀ। ਉਹ 10 ਰੁਪਏ ਵੀ ਨਹੀਂ ਪਾਏ ਅਜੇ ਤੱਕ ਸਰਕਾਰ ਨੇ, ਬਲਕਿ ਕੰਨਾਂ ਤੇ ਜੂੰ ਵੀ ਨਹੀਂ ਸਰਕੀ। ਹੁਣ ਸਾਡੇ ਆਗੂ ਇਹ ਕਹਿੰਦੇ ਨੇ, ਪ੍ਰਵੀਰ ਸਿੰਘ ਰਾਜੇਵਾਲ, ਮਨਜੀਤ ਸਿੰਘ ਰਾਏ, ਹੋਰਨਾਂ ਆਗੂਆਂ ਨੇ ਗੱਲ ਕੀਤੀ ਹੈ ਕਿ ਭਾਈ ਤੁਸੀਂ ਹਰ ਜਗ੍ਹਾ ਖਲਾਰਾ ਨਾ ਪਾਓ, ਤੁਸੀਂ ਸਿਰਫ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰੋ। ਜੀ। ਪਰ ਬਦਕਿਸਮਤੀ ਦੀ ਗੱਲ ਇਹ ਹੈ, ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ ਪਰਮਿੰਦਰ ਜੀ, ਤੇ ਹੁਣੇ ਜਿਹੜੀ ਖਬਰ ਆਈ ਹੈ ਕੁਝ ਦਿਨ ਪਹਿਲਾਂ ਜੀ। ਕਿ ਮੋਗੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰਦੇ ਹੋਏ ਕਿਸਾਨਾਂ ਤੇ ਪੁਲਿਸ ਨੇ ਲਾਠੀਚਾਰਜ ਕੀਤਾ ਹੈ, ਪੰਜਾਬ ਪੁਲਿਸ ਨੇ, ਤੇ ਕਿਸਾਨਾਂ ਦੇ ਸੱਟਾਂ ਵੀ ਵੱਜੀਆਂ ਨੇ ਤੇ ਪੱਗਾਂ ਵੀ ਲੱਥੀਆਂ ਨੇ। ਹੁਣ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਾਂ ਤਾਂ ਫਿਰ ਸਟੇਟਮੈਂਟ, ਕੋਈ ਰਿਟਨ ਸਟੇਟਮੈਂਟ ਜਾਂ ਕੋਈ ਇਸ ਤਰ੍ਹਾਂ ਦਾ ਹੁਕਮ ਦੇਣਾ ਪਏਗਾ ਜੀ। ਕਿ ਭਾਈ ਆਹ ਕੰਮ ਨਾ ਕਰੋ। ਪਰ ਦੂਸਰੇ ਪਾਸੇ ਮੇਰਾ ਅਕਾਲੀ ਦਲ ਨੂੰ ਵੀ ਸਵਾਲ ਹੈ ਜੀ। ਕਿ ਇੱਕ ਪਾਸੇ ਤੇ ਸਾਡੇ ਅੰਦੋਲਨ ਨੂੰ 10 ਮਹੀਨੇ 25 ਸਤੰਬਰ ਨੂੰ ਹੋ ਜਾਣੇ ਨੇ, ਉਦੋਂ ਵੀ ਸਮਾਗਮ ਰੱਖੇ ਹੋਏ ਨੇ। ਜੀ। 25 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਦਿੱਲੀ ਦੇ ਵਿੱਚ ਬੈਠਿਆਂ ਨੂੰ 10 ਮਹੀਨੇ ਪੂਰੇ ਹੋ ਜਾਣੇ ਨੇ ਜੀ। ਤੇ ਤੁਹਾਨੂੰ ਟਿਕਟਾਂ ਵੰਡਣ ਦੀ ਤੇ ਰੈਲੀਆਂ ਕਰਨ ਦੀ, ਵੋਟਾਂ ਦੀ ਪਈ ਹੋਈ ਹੈ। ਜੀ। ਰੋਕ ਲਓ ਯਾਰ ਥੋੜੇ ਦਿਨ ਅਜੇ। ਰੈਲੀਆਂ ਕਰਕੇ ਕੀ ਸਾਬਤ ਕਰਨਾ ਹੈ? ਜੀ। ਤੁਸੀਂ ਜ਼ਰੂਰ ਕੋਈ ਬਖੇੜਾ ਖੜਾ ਕਰਨਾ ਹੈ। ਤੇ ਅਕਾਲੀ ਦਲ ਵਾਲਿਆਂ ਨੇ ਕੁਝ ਦਿਨ ਪਹਿਲਾਂ ਕਹਿ ਦਿੱਤਾ ਉਸੇ ਤਾਨ ਵਿੱਚ ਕਿ ਇਹ ਤੇ ਉਹ ਲੋਕ ਨੇ ਜਿਹੜੇ ਕਿਸਾਨਾਂ ਦੇ ਭੇਸ ਦੇ ਵਿੱਚ ਕੁਝ ਦੇਸ਼ ਵਿਰੋਧੀ ਲੋਕ ਨੇ ਜਿਹੜੇ ਸਾਨੂੰ ਬਦਨਾਮ ਕਰ ਰਹੇ ਆ, ਜਿਹੜੇ ਸਾਡੀ ਵਿਰੋਧਤਾ ਕਰ ਰਿਹਾ। ਰਾਜਨੀਤਿਕ ਤੌਰ ਤੇ ਹਰ ਕੋਈ ਵਿਅਕਤੀ ਜੁੜਿਆ ਹੁੰਦਾ ਹੈ। ਮੋਰਚੇ ਵਿੱਚ ਜਾਣ ਵਾਲੇ, ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਵੀ, ਉੱਥੇ ਵਿਜ਼ਿਟ ਕਰਨ ਵਾਲੇ ਲੋਕ ਵੀ ਤੇ ਅਹੁਦੇ ਦੌਰਾਨ ਵੀ ਤੇ ਜਥੇਬੰਦੀਆਂ ਵਾਲੇ ਵੀ ਕਿਸੇ ਨਾ ਕਿਸੇ ਪਾਰਟੀ ਨਾਲ ਕਿਸੇ ਪਾਸਿਓਂ ਜੁੜੇ ਹੋਏ ਨੇ। ਕੋਈ ਖੱਬੇ ਪੱਖੀਆਂ ਨਾਲ ਹੈ, ਕੋਈ ਸੱਜੇ ਨਾਲ ਹੈ, ਕੋਈ ਅਕਾਲੀਆਂ ਨਾਲ ਹੈ, ਕੋਈ ਭਾਜਪਾ ਨਾਲ ਹੈ। ਜੀ। ਇਹ ਸਾਰੀਆਂ ਗੱਲਾਂ ਅਸੀਂ ਪਿੱਛੇ ਸੁੱਟ ਕੇ ਉੱਥੇ ਗਏ ਹੋਏ ਹਾਂ। ਜੇ ਸੰਯੁਕਤ ਕਿਸਾਨ ਮੋਰਚੇ ਵਾਲੇ ਕਹਿ ਰਹੇ ਨੇ ਕਿ ਸਿਰਫ ਭਾਜਪਾ ਦੇ ਨਾਲ ਸਾਡਾ ਵਿਰੋਧ ਹੈ, ਉਹ ਵੀ ਤਰੀਕੇ ਨਾਲ ਕਰੋ, ਕਿਸੇ ਦੇ ਘਰ ਤੱਕ ਨਹੀਂ ਜਾਣਾ। ਜਿੱਥੇ ਇੱਥੇ ਧਰਨੇ ਲੱਗੇ ਹੋਏ ਨੇ ਲਾਓ, ਸ਼ਾਂਤਮਈ ਧਰਨੇ ਲਾਓ, ਅਸੀਂ ਡਾਂਗ ਤੇ ਚੁੱਕਣੀ ਨਹੀਂ। ਤੇ ਫਿਰ ਅਸੀਂ ਇਸ ਤਰ੍ਹਾਂ ਦੇ ਪ੍ਰੋਟੈਸਟ ਤੋਂ ਬਚੀਏ ਜਿੱਥੇ ਸਾਡਾ ਕੋਈ ਹੋਰ ਜਾਨੀ ਮਾਲੀ ਨੁਕਸਾਨ ਹੋਵੇ। ਕੁਲਦੀਪ ਜੀ, ਇੱਥੇ ਮੈਂ ਰੋਕਣਾ ਚਾਹੁੰਦੀ ਹਾਂ ਤੁਹਾਨੂੰ, ਕਿਆ ਕੋਈ ਸਰਕਾਰ ਇਹੋ ਜਿਹੇ ਪ੍ਰਬੰਧ ਨਹੀਂ ਕਰ ਸਕਦੀ ਜਿੱਥੇ ਮਤਲਬ ਆਗੂ ਆਉਣ ਤੇ ਸਵਾਲ ਪੁੱਛਣ ਵਾਲੇ ਸਾਹਮਣੇ ਬੈਠ ਕੇ ਉਹਨਾਂ ਕੋਲੋਂ ਸਵਾਲ ਪੁੱਛ ਲੈਣ, ਉੱਥੇ ਰੌਲਾ ਰੱਪਾ ਪਏ ਹੀ ਨਾ? ਮੇਰਾ ਖਿਆਲ ਹੈ ਕਿ ਜਿੰਨੀ ਦੇਰ ਸਟੇਜ ਲੱਗੀ ਨੂੰ ਹੋ ਗਈ ਹੈ ਸੰਯੁਕਤ ਕਿਸਾਨ ਮੋਰਚੇ ਨੇ, ਤੇ ਜਿੰਨੇ ਸਵਾਲ ਉੱਥੋਂ ਉਠਾਏ ਗਏ ਨੇ ਉਹਨਾਂ ਦੇ ਜਵਾਬ ਆਗੂ ਨੂੰ ਆਪੋ ਆਪਣੇ ਤਰੀਕੇ ਨਾਲ ਹੁਣ ਤੱਕ ਦੇ ਦੇਣੇ ਚਾਹੀਦੇ ਸੀ। ਸਵਾਲ ਹੀ ਉਠਾਏ ਗਏ ਨੇ ਕਿ ਤੁਸੀਂ ਦੱਸੋ ਆ ਕਿਸ ਨੇ ਕੀ ਕੀਤਾ ਸਾਡੇ ਲਈ।
ਤੇ ਸਵਾਲਾਂ ਦੇ ਜਵਾਬ ਦੇਣ ਲਈ ਰਾਜਨੀਤਿਕ ਪਾਰਟੀਆਂ ਦਾ ਸੁਹਿਰਦ ਨਹੀਂ ਜਾਪਦੀਆਂ। ਪਰ ਮੈਂ ਗੱਲ ਕਰ ਰਿਹਾ ਵੀ ਅਕਾਲੀ ਦਲ ਨੂੰ ਵੀ ਚਾਹੀਦਾ ਥੋੜ੍ਹਾ ਜਿਹਾ ਸੰਜਮ ਤੋਂ ਕੰਮ ਲੈਣ। ਟਿਕਟਾਂ ਤੁਸੀਂ ਆਸਾਨੀ ਨਾਲ ਵੀ ਦੇ ਸਕਦੇ ਹੋ, ਇਹ ਜਾਂ ਥੋੜ੍ਹੇ ਦਿਨ ਰੁਕ ਲਓ, ਜਾਂ ਇੱਕ ਵਾਰੀ ਤੁਸੀਂ ਬੇਨਤੀ ਕਰ ਲਓ ਕਿ ਕਿਸਾਨਾਂ ਨਾਲ ਕਿ ਤੁਸੀਂ ਉਹਨਾਂ ਨਾਲ ਕੋਈ ਮੀਟਿੰਗ ਰੱਖ ਲਓ, ਫਿਰ ਅੱਗੇ ਤੁਸੀਂ ਲੈ ਕੇ ਆਪਣੀ ਗੱਲ ਲੈ ਕੇ ਅੱਗੇ ਜਾ ਸਕਦੇ ਹੋ। ਪਰ ਇੱਥੇ ਹੁਣ ਪਾਰਟੀ ਪੱਧਰ ਤੇ ਕਸ਼ਮਕਸ਼ ਚੱਲ ਰਹੀ ਹੈ। ਜੇ ਕੋਈ ਕਾਂਗਰਸ ਦਾ ਇਕੱਠ ਹੈ ਤਾਂ ਅਕਾਲੀਆਂ ਦੇ ਸਮਰਥਕ ਵੀ ਉੱਥੇ ਹੁੰਦੇ ਨੇ ਜਿਹੜੇ ਕਹਿੰਦੇ ਨੇ ਕਿ ਇੱਥੇ ਇਹਨਾਂ ਦੀ ਜਰਾ ਖਿਚਾਈ ਕੀਤੀ ਜਾਵੇ। ਜੇ ਅਕਾਲੀਆਂ ਦਾ ਤਾਂ ਉੱਥੇ ਫਿਰ ਦੂਸਰੇ ਪਾਸੇ ਵਾਲੇ ਇਕੱਠੇ ਹੋ ਜਾਂਦੇ ਨੇ। ਸੋ ਇਸ ਕਿਸਮ ਦੀ ਇੱਕ ਕਸ਼ਮਕਸ਼ ਚੱਲ ਪਈ। ਹੁਣ ਮੁਜ਼ੱਫਰਨਗਰ ਤੇ ਧਿਆਨ ਕੇਂਦਰਿਤ ਕਰਦੇ ਹਾਂ। ਮੁਜ਼ੱਫਰਨਗਰ ਦੇ ਵਿੱਚ ਸਾਰੇ ਇਕੱਠੇ ਹੋਣਗੇ, ਇਸ ਬਾਰੇ ਇਹ ਗੱਲ ਪੱਕੀ ਹੋ ਚੁੱਕੀ ਹੈ। ਤੇ ਯੂਪੀ ਵਾਲਿਆਂ ਨੂੰ ਹਲੂਣਾ ਦੇਣ ਲਈ ਤੇ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਮੁੱਢ ਬਣਨ ਲਈ ਸਾਰੀ ਤਿਆਰੀ ਇਹ ਕੀਤੀ ਜਾ ਰਹੀ ਹੈ। ਇਸ ਵਿੱਚ ਕਿਸਾਨ ਕਿੰਨਾ ਕੁ ਸਫਲ ਹੁੰਦੇ ਨੇ ਇਹ ਸਮਾਂ ਦੱਸੇਗਾ। ਰਕੇਸ਼ ਟਕੈਤ ਦਾ ਜਿਨ੍ਹਾਂ ਦੇ ਸਿਰ ਤੇ ਸਿਹਰਾ ਵੱਜਦਾ ਹੈ ਕਿ ਕਿਸਾਨ ਅੰਦੋਲਨ ਨੂੰ 26 ਜਨਵਰੀ ਵਾਲੀ ਘਟਨਾ ਤੋਂ ਬਾਅਦ ਉਹਨਾਂ ਨੇ ਮੁੜ ਸੁਰਜੀਤ ਕੀਤਾ ਸੀ, ਹੁਣ ਉਹ ਕਿਹੜੀ ਨਵੀਂ ਦਿਸ਼ਾ ਦੇਣਗੇ? ਕਿਉਂਕਿ ਵਿਰੋਧ ਯੂਪੀ ਵਿੱਚ ਵੀ ਥੋੜ੍ਹੇ ਥਾਵਾਂ 'ਤੇ ਸ਼ੁਰੂ ਹੋ ਗਿਆ। ਕੀ ਉਹ ਇੰਨੇ ਤਾਕਤਵਰ ਹਨ ਕਿਸਾਨ, ਆਪਣੀ ਗੱਲ ਕਹਿਣੀ ਜਾਣਦੇ ਨੇ, ਜਾਂ ਉੱਥੋਂ ਕੁਝ ਹਾਸਲ ਕਰਕੇ ਕੁਝ ਲਾਮਬੰਦ ਹੋ ਕੇ ਸਰਕਾਰ ਨੂੰ ਕੋਈ ਟੱਕਰ ਦੇ ਸਕਣਗੇ? ਇਹ ਸਮਾਂ ਦੱਸੇਗਾ। ਪਰ 5 ਸਤੰਬਰ ਦੀਆਂ ਤਿਆਰੀਆਂ ਪੂਰੀਆਂ ਨੇ। ਕਿਸਾਨਾਂ ਨੇ ਤੇ ਤਿਆਰੀ ਪੂਰੀ ਕਰ ਲਈ ਹੈ ਤੇ ਉਧਰ ਜੇ ਸਰਕਾਰ ਐਨ ਮੌਕੇ ਤੇ ਆ ਕੇ ਕੁਝ ਪਲਾਨਿੰਗ ਕਰਦੀ ਹੈ, ਉਹਦੇ ਬਾਰੇ ਵੀ ਕਿਸਾਨਾਂ ਨੇ ਕੋਈ ਪਲਾਨਿੰਗ ਕੀਤੀ ਹੋਈ ਅੱਗੋਂ ਪ੍ਰਬੰਧ ਕਿਹੜੇ ਕਰਨੇ ਨੇ? ਫਿਰ ਜੇ ਕਿਸਾਨ ਧਾਰਾ 144 ਮਤਲਬ ਸਰਕਾਰ ਜਿਹੜੀ ਹੈ ਧਾਰਾ 144 ਲਾਗੂ ਕਰ ਦਿੰਦੀ ਜਾਂ ਕੋਈ ਹੋਰ ਇਹੋ ਜਿਹਾ ਪ੍ਰਬੰਧ ਕਰ ਦਿੰਦੀ ਹੈ ਤਾਂ ਫਿਰ 144 ਤੇ ਲੱਗੀ ਹੋਈ ਹੈ। ਜਦੋਂ ਲੱਗੀ ਸੀ ਉਦੋਂ ਕੁਛ ਨਾ ਬਣਿਆ। 44 ਨਹੀਂ ਜੇ ਲੱਗਣੀ, ਭਾਵੇਂ 144 ਛੱਡ ਕੇ 1144 ਲਾ ਲਓ, ਉਸ ਦਾ ਕਿਸਾਨਾਂ ਤੇ ਅਸਰ ਹੋਣ ਵਾਲਾ ਨਹੀਂ ਹੈ। ਉਹ ਇਕੱਠ ਹੋਣਾ ਤੇ ਹੋਣਾ। ਵਾਟਰ ਪ੍ਰੂਫ ਟੈਂਟ ਲਾਉਣ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਉੱਥੇ। ਔਰ ਕਹਿੰਦੇ ਇਸ ਇੰਟਰ ਕਾਲਜ ਦੀ ਗਰਾਊਂਡ ਦੇ ਵਿੱਚ ਕਈ ਇਤਿਹਾਸਿਕ ਪੁਰਾਣੀਆਂ ਰੈਲੀਆਂ ਰਕੇਸ਼ ਟਕੈਤ ਹੋਣਾ ਨੇ ਦੱਸਿਆ ਕਿ ਅੱਜ ਦੀਆਂ ਨਹੀਂ, ਇਹ ਪੁਰਾਣੀਆਂ ਇੱਥੇ ਇਸ ਤਰ੍ਹਾਂ ਦੀਆਂ ਪੰਚਾਇਤਾਂ ਜਿਹੜੀਆਂ ਨੇ ਹੋਈਆਂ ਨੇ, ਔਰ ਉੱਥੇ ਬਹੁਤ ਸਾਰੇ ਫੈਸਲੇ ਜਿਹੜੇ ਨੇ ਸਰਕਾਰ ਤੇ ਦਬਾਅ ਪਵਾ ਕੇ ਹੋਏ ਨੇ, ਜਿਨ੍ਹਾਂ ਤੇ ਸਰਕਾਰ ਨੇ ਦਬਾਅ ਪਾ ਕੇ ਫੈਸਲੇ ਕੀਤੇ ਨੇ। ਹੁਣ ਦੇਖਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਮਾਨ ਅੱਜ ਕੱਲ੍ਹ ਦੇ ਵਿੱਚ 2 ਦਿਨ ਵਿੱਚ ਬਾਕੀ ਨੇ ਤੇ ਸ਼ਾਇਦ ਕੋਈ ਗੰਨੇ ਦਾ ਰੇਟ ਵਧਾਉਣ ਦਾ ਕੋਈ ਯਤਨ ਕਰਨ। ਤੇ ਕੁਲਦੀਪ ਜੀ, ਉਮੀਦ ਕਰਦੇ ਹਾਂ ਵੀ ਕਿਸਾਨ ਅਸਲੀ ਜਿਹੜਾ ਮੁੱਦਾ ਹੈ ਉਹਨੂੰ ਲੈ ਕੇ ਜਿਹੜੀ ਲੜਾਈ ਲੜ ਰਹੇ ਨੇ ਉਹ ਕੰਪਲੀਟ ਹੋ ਜਾਏ। ਤੇ ਇਸ ਵੇਲੇ ਜੇ ਕੰਪਲੀਟ ਦੀ ਗੱਲ ਕਰੀਏ ਤੇ ਮੁੱਦਾ ਕੋਈ ਵੀ ਕੰਪਲੀਟ ਨਹੀਂ ਹੁੰਦਾ। ਗੱਲ ਹੁਣ ਉਸ ਦੀ ਕਰਦੇ ਹਾਂ, ਉਹ ਵੀ ਕਿਸਾਨ ਅੰਦੋਲਨ ਨਾਲ ਜੁੜੀ ਹੈ। ਕਰਨਾਲ ਦੇ ਵਿੱਚ ਕਿਸਾਨਾਂ ਦੇ ਸਿਰ ਪਾੜਨ ਦੇ ਹੁਕਮ ਦਿੱਤੇ ਗਏ ਤੇ ਲਹੂ ਲੁਹਾਨ ਕਿਸਾਨ ਨਜ਼ਰ ਆਏ। ਉਸ ਅਫਸਰ ਦੇ ਵਿਰੁੱਧ ਕੀ ਹੁਣ ਕੋਈ ਕਾਰਵਾਈ ਹੋਈ ਹੈ ਕਿ ਮੁੱਦਾ ਉੱਥੇ ਹੀ ਦੱਬਿਆ ਰਹਿ ਗਿਆ? ਕਾਰਵਾਈ ਤੁਸੀਂ ਅੰਦਾਜ਼ਾ ਆਪ ਲਾ ਲੈਣਾ। ਤਕਰੀਬਨ 20 IAS ਅਫਸਰਾਂ ਦੇ ਹਰਿਆਣੇ ਵਿੱਚ ਤਬਾਦਲੇ ਹੋਏ ਨੇ ਜੀ, ਜਿਨ੍ਹਾਂ ਵਿੱਚੋਂ ਇੱਕ ਆਯੂਸ਼ ਸਿਨਹਾ ਨੇ ਕਰਨਾਲ ਦੇ SDM ਨੇ ਜੀ। ਉਹਨਾਂ ਨੂੰ ਹੁਣ ਸਿਟੀਜ਼ਨ ਰਿਸੋਰਸਿਸ ਇਨਫੋਰਮੇਸ਼ਨ ਡਿਪਾਰਟਮੈਂਟ CRID ਗਵਰਨਮੈਂਟ ਆਫ ਹਰਿਆਣਾ ਉਹਦੇ ਚੀਫ ਸੈਕਟਰੀ ਲਾ ਦਿੱਤਾ ਗਿਆ ਜੀ। ਇਹ ਹੁਣ ਤੁਸੀਂ ਲਾਓ ਕਿ ਇਹ ਕਾਰਵਾਈ ਹੋਈ ਹੈ, ਅੰਦਾਜ਼ਾ ਲਾਓ ਕਿ ਉਹਨਾਂ ਨੂੰ ਕੋਈ ਇਨਾਮ ਦਿੱਤਾ ਗਿਆ। ਖਾਨਾ ਪੂਰਤੀ ਕਹਿ ਸਕਦੇ ਹਾਂ। ਇੱਕ ਅਹੁਦੇ ਤੋਂ ਬਦਲ ਕੇ ਦੂਸਰੇ ਤੇ ਲਾ ਦੇਣਾ ਜੀ ਤੇ ਹੋਰਨਾਂ ਅਫਸਰਾਂ ਦੇ ਨਾਲ ਤਬਾਦਲਾ ਕਰ ਦੇਣਾ, ਇਹ ਕੋਈ ਬਹੁਤੀ ਕਾਰਵਾਈ ਜਾਪਦੀ ਨਹੀਂ ਜੀ। ਹੁਣ ਜਿਹੜੀਆਂ 2 ਵੱਡੀਆਂ ਪਾਰਟੀਆਂ ਨੇ ਹਰਿਆਣੇ ਦੀਆਂ ਜਿਹੜੀਆਂ ਰੂਲ ਕਰ ਰਹੀਆਂ ਨੇ, ਭਾਰਤੀ ਜਨਤਾ ਪਾਰਟੀ ਤੇ JJP, ਦੁਸ਼ਯੰਤ ਚੌਟਾਲਾ ਜਿਹੜੇ ਨੇ ਉਹ ਸਿਰਫ ਸਹਿਯੋਗੀ ਪਾਰਟੀ ਨਹੀਂ ਜੀ, ਉਪ ਮੁੱਖ ਮੰਤਰੀ ਵੀ ਨੇ। ਉਹਨਾਂ ਤੇ ਦਬਾਅ ਪਹਿਲੇ ਦਿਨ ਤੋਂ ਆ ਕਿਸਾਨ ਅੰਦੋਲਨ ਵੱਲੋਂ ਜੀ। ਉਹਨਾਂ ਨੇ ਇਹ ਗੱਲ ਆਖੀ ਸੀ ਕਿ ਇਹ ਜਿਹੜਾ ਕੰਮ ਉਹਨਾਂ ਨੇ ਕੀਤਾ SDM ਤੇ ਕਾਰਵਾਈ ਜ਼ਰੂਰ ਹੋਵੇਗੀ, ਕਾਰਵਾਈ ਕਰਨੀ ਬਣਦੀ ਹੈ, ਇਸ ਦੀ ਜਾਂਚ ਹੋਵੇਗੀ, ਸਭ ਕੁਝ ਹੋਵੇਗਾ ਜੀ। ਤੇ ਮਨੋਹਰ ਲਾਲ ਖੱਟਰ ਜਿਵੇਂ ਉਹ ਇੱਕ ਲਫ਼ਜ਼ ਵਰਤਦੇ ਨੇ ਵਾਰ-ਵਾਰ, ਠੀਕ ਨਹੀਂ। ਪਹਿਲੀ ਵਾਰੀ ਉਹਨਾਂ ਨੇ ਵਰਤਿਆ ਸੀ ਕਿਸਾਨਾਂ ਦਾ ਦਿੱਲੀ ਕੂਚ ਕਰਨਾ ਠੀਕ ਨਹੀਂ ਜੀ। ਫਿਰ ਉਹਨਾਂ ਨੇ ਇੱਕ ਵਾਰੀ ਵਰਤਿਆ ਕਿਸਾਨਾਂ ਦਾ ਇਸ ਤਰ੍ਹਾਂ ਥਾਂ ਸਾਡਾ ਵਿਰੋਧ ਕਰਨਾ ਠੀਕ ਨਹੀਂ ਜੀ। ਤੀਸਰੀ ਵਾਰੀ ਉਹਨਾਂ ਨੇ ਵਰਤਿਆ ਕਿ SDM ਦੀ ਬੋਲੀ ਠੀਕ ਨਹੀਂ ਜੀ, ਪਰ ਸਖਤੀ ਜ਼ਰੂਰੀ ਸੀ ਜੀ। ਗੋਲਮੋਲ ਗੱਲਾਂ ਮਨੋਹਰ ਲਾਲ ਖੱਟਰ ਜੀ ਉੱਧਰੋਂ ਕੈਪਟਨ ਅਮਰਿੰਦਰ ਸਿੰਘ ਨਾਲ ਉਹਨਾਂ ਨੇ ਸਵਾਲ ਜਵਾਬ ਸ਼ੁਰੂ ਕਰ ਲਿਆ, ਬਿਆਨਬਾਜ਼ੀ ਸ਼ੁਰੂ ਕਰ ਲਈ ਜੀ, ਵਿੱਚੋਂ ਕੁਝ ਨਾ ਨਿਕਲਿਆ। ਇਹ ਕਾਰਵਾਈ ਇੰਨੀ ਕੁ ਹੋਈ ਹੈ ਕਿ ਆਯੂਸ਼ ਸਿਨਹਾ ਜਿਹੜੇ ਸੀ ਉਹਨਾਂ ਦੇ ਖਿਲਾਫ ਕਾਰਵਾਈ ਹੋਈ ਕਿ ਨਹੀਂ ਹੋਈ, ਤੁਸੀਂ ਅੰਦਾਜ਼ਾ ਜਾਂ ਸਾਡੇ ਦਰਸ਼ਕ ਆਪ ਲਾ ਲੈਣ। ਉਹਨਾਂ ਨੂੰ SDM ਤੋਂ ਹਟਾ ਕੇ ਐਡੀਸ਼ਨਲ ਸੈਕਟਰੀ ਜਿਹੜਾ ਹੈ ਗਵਰਨਮੈਂਟ ਆਫ ਹਰਿਆਣਾ ਦੇ ਵਿੱਚ ਉਹਨਾਂ ਨੂੰ ਇੱਕ ਡਿਪਾਰਟਮੈਂਟ ਦੇ ਵਿੱਚ ਲਾ ਦਿੱਤਾ ਗਿਆ ਹੈ। ਹੁਣ ਉਹ ਆਪਣੇ ਗੱਲ ਕਰਦੇ ਹੋਏ ਕਹਿੰਦੇ ਨੇ, ਦੁਸ਼ਯੰਤ ਚੌਟਾਲਾ ਨੇ ਇਹ ਵੀ ਗੱਲ ਕੀਤੀ ਸੀ ਕਿ ਆਯੂਸ਼ ਸਿਨਹਾ ਨੇ ਗੱਲ ਕੀਤੀ ਕਿ ਮੈਂ ਉਹ ਜਦੋਂ ਇੰਸਟਰਕਸ਼ਨਾਂ ਦੇ ਰਹੇ ਸੀ ਜੀ ਆਪਣੇ ਅਫਸਰਾਂ ਨੂੰ ਜੀ, ਤੁਹਾਨੂੰ ਕੋਈ ਡਾਊਟ ਹੈ ਕਿਸੇ ਨੂੰ? ਕਹਿੰਦੇ ਨਹੀਂ ਜੀ, ਕਲੀਅਰ ਹੈ ਨਾ ਗੱਲ ਜਿਹੜੀ ਮੈਂ ਕੀਤੀ ਹੈ, ਜਿਹੜਾ ਅੱਗੇ ਆਉਂਦਾ ਉਹਦਾ ਸਿਰ ਫੋੜ ਦਿਓ, ਪਾੜ ਦਿਓ ਜੀ।
ਤੇ ਉਹ ਕਹਿੰਦੇ ਜੀ ਨਾਲ ਕਹਿੰਦੇ ਨੇ ਕਿ ਮੈਂ 2 ਦਿਨਾਂ ਤੋਂ ਸੁੱਤੇ ਨਹੀਂ, ਪ੍ਰਬੰਧ ਕਰ ਰਹੇ ਹਾਂ ਜੀ ਤੇ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਕਈ ਕਿਸਾਨ ਤੇ 200 ਦਿਨ ਨਹੀਂ ਸੌਂਦੇ ਸਾਲ ਦੇ ਵਿੱਚ। ਜੀ ਆਯੂਸ਼ ਸਿਨਹਾ ਜੀ ਤੁਸੀਂ ਨਵੇਂ ਅਧਿਕਾਰੀ ਹੋ, ਇਸ ਗੱਲ ਦਾ ਵੀ ਖਿਆਲ ਕਰੋ। ਜੀ ਅਜੇ ਤੱਕ ਕੋਈ ਕਾਰਵਾਈ ਨਹੀਂ ਜੇ ਸਹੀ ਮਾਇਨਿਆਂ ਦੇ ਵਿੱਚ ਪੁੱਛਿਆ ਜਾਵੇ। ਜੀ ਪਰ ਆਉਣ ਵਾਲੇ ਦਿਨਾਂ 'ਚ ਕੀ ਹੋਵੇਗਾ ਇਸ ਦਾ ਅਸੀਂ ਕੁਝ ਨਹੀਂ ਦੱਸ ਸਕਦੇ, ਪਰ ਇਸ ਦੇ ਬਾਰੇ ਖੂਬਸੂਰਤ ਆਰਟੀਕਲ ਇੱਕ ਜੋਗਿੰਦਰ ਯਾਦਵ ਜੀ ਨੇ ਲਿਖਿਆ, ਉਸ ਦੇ ਬਾਰੇ ਫਿਰ ਗੱਲ ਕਰਾਂਗੇ। ਜੀ ਤੇ ਕੁਲਦੀਪ ਜੀ, ਇਸ ਪ੍ਰੋਗਰਾਮ 'ਚ ਬ੍ਰੇਕ ਦਾ ਵੇਲਾ ਹੈ। ਬ੍ਰੇਕ ਤੋਂ ਬਾਅਦ ਅਗਲੇ ਮੁੱਦੇ ਤੇ ਗੱਲਬਾਤ ਜਾਰੀ ਰੱਖਦੇ ਹਾਂ। ਸੋ ਦਰਸ਼ਕੋ, ਪੰਜਾਬੀ ਨੈਸ਼ਨਲ ਟੀਵੀ ਤੇ ਵਿਚਾਰ ਚਰਚਾ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰੱਖਾਂਗੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਵਕਫੇ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ ਦੇ ਆਖਰੀ ਹਿੱਸੇ 'ਚ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੁਲਦੀਪ ਸਿੰਘ ਹੀਰ ਜੀ, ਯੋਗੇਂਦਰ ਯਾਦਵ ਦਾ ਤੁਸੀਂ ਜ਼ਿਕਰ ਕੀਤਾ, ਕਿਸੇ ਖਾਸ ਆਰਟੀਕਲ ਦਾ ਜ਼ਿਕਰ ਕਰ ਰਹੇ ਸੀ, ਸਾਡੇ ਨਾਲ ਵੀ ਸਾਂਝੀਆਂ ਕਰ ਲਓ 2 ਗੱਲਾਂ। ਉਹ ਲਿਖਦੇ ਨੇ ਇਸੇ IAS ਅਧਿਕਾਰੀ ਦੇ ਬਾਰੇ ਲਿਖਦੇ ਨੇ, ਉਹ ਲਿਖਦੇ ਨੇ ਇਹਨਾਂ ਦਾ ਨਾਮ ਆਯੂਸ਼ ਸਰਫੋਰਡ ਸਿਨਹਾ। ਅੱਛਾ ਜੀ। ਉਹ ਕਹਿੰਦੇ ਨੇ ਕਿ ਭਾਵੇਂ ਕਿ ਹੁਣ ਬਲੀ ਦਾ ਬੱਕਰਾ ਬਣਾਇਆ ਜਾ ਸਕਦਾ ਹੈ ਇਸ ਅਧਿਕਾਰੀ ਨੂੰ, ਜੀ ਪਰ ਅਸਲੀਅਤ ਗੱਲ ਇਹ ਹੈ ਕਿ ਉਹ ਇੱਕ ਨਵਾਂ ਅਧਿਕਾਰੀ ਹੈ ਤੇ ਉਸਨੇ ਕੋਈ ਦਬਵੇਂ ਗੋਲ-ਮੋਲ ਲਫ਼ਜ਼ਾਂ ਦੇ ਵਿੱਚ ਕਿਸੇ ਨੂੰ ਆਰਡਰ ਨਹੀਂ ਦਿੱਤੇ। ਉਹਨੇ ਸਪਸ਼ਟ ਗੱਲ ਕਹਿ ਦਿੱਤੀ ਜੋ ਉਹਦੇ ਦਿਲ ਵਿੱਚ ਸੀ। ਤੇ ਬਹੁਤ ਵਾਰੀ ਇਹੋ ਜਿਹਾ ਹੁੰਦਾ ਕਿ ਬਹੁਤ ਸਾਰੇ ਅਧਿਕਾਰੀ ਗੋਲ-ਮੋਲ ਗੱਲਾਂ ਕਰਕੇ ਕਹਿ ਦਿੰਦੇ ਨੇ ਤੇ ਆਪਣੇ ਸਿਰ ਗੱਲ ਆਉਣ ਵੀ ਨਹੀਂ ਦਿੰਦੇ ਜੀ ਤੇ ਕੈਮਰੇ ਵਾਲੇ ਨੂੰ ਤਾਂ ਲਾਗੇ ਫਟਕਣ ਨਹੀਂ ਦਿੰਦੇ। ਕਹਿੰਦੇ ਜੇ ਇਹ ਅਧਿਕਾਰੀ ਇਸੇ ਤਰ੍ਹਾਂ ਦਾ ਹੀ ਹੁੰਦਾ ਜੀ ਤੇ ਇਹਨੇ ਪਹਿਲਾਂ ਕੈਮਰੇ ਵਾਲੇ ਉੱਥੋਂ ਬਾਹਰ ਕੱਢਣੇ ਸੀ, ਜੇ ਕੋਈ ਹੁੰਦਾ ਵੀ ਤਾਂ ਉਹਦਾ ਕੈਮਰਾ ਭੰਨ ਦੇਣਾ ਸੀ ਜੀ ਤੇ ਗੋਲ-ਮੋਲ ਗੱਲਾਂ ਕਹਿ ਕੇ ਤੇ ਪਤਾ ਨਹੀਂ ਕਿੱਡੀ ਵੱਡੀ ਕਾਰਵਾਈ ਵੀ ਕਰਵਾ ਦੇਣੀ ਸੀ। ਜੀ ਉਹ ਇੱਥੇ ਇਹ ਨਹੀਂ ਕਹਿ ਰਿਹਾ ਜੋਗਿੰਦਰ ਯਾਦਵ ਕਿ ਇਹਨੇ ਠੀਕ ਕੀਤਾ ਜਾਂ ਸਹੀ ਹੈ ਅਧਿਕਾਰੀ। ਉਹ ਕਹਿੰਦੇ ਨੇ ਕਿ ਇਹ ਸਿਰਫ ਇੱਕ ਸਾਨੂੰ ਇੱਕ ਨਮੂਨਾ ਹੈ, ਇਸ ਤੋਂ ਬਹੁਤ ਵੱਡੇ ਵੱਡੇ ਅਧਿਕਾਰੀ ਤੇ ਇਹੋ ਜਿਹੇ ਲੋਕ ਬੈਠੇ ਨੇ ਜਿਹੜੇ ਸਾਡੇ ਤੇ ਬਹੁਤ ਸਖਤੀਆਂ ਕਰ ਸਕਦੇ ਨੇ, ਕਰਦੇ ਨੇ, ਕਰਦੇ ਆਏ ਨੇ ਤੇ ਕਰਦੇ ਰਹਿਣਗੇ। ਜੀ ਤੇ ਕੁਲਦੀਪ ਜੀ, ਗੱਲ ਹੁਣ ਤਾਲਿਬਾਨ ਦੀ ਕਰਦੇ ਹਾਂ, ਜਿੱਥੇ ਨਵੀਂ ਸਰਕਾਰ ਦਾ ਗਠਨ ਹੋ ਰਿਹਾ ਹੈ। ਸਰਕਾਰ ਕਿਹੋ ਜਿਹੀ ਹੋਏਗੀ? ਸਰਕਾਰ ਪਤਾ ਨਹੀਂ, ਉਹਨਾਂ ਨੇ ਗਵਰਨਿੰਗ ਕੌਂਸਲ ਇੱਕ ਬਣਾਈ ਹੈ। ਜੀ ਉਹਦੇ ਹੈੱਡ ਜਿਹੜੇ ਹੋਣਗੇ ਨੇ ਸਪਿਰਿਚੁਅਲ ਲੀਡਰ। ਕਈ ਮੁਲਕਾਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ। ਈਰਾਨ ਦੇ ਵਿੱਚ ਜਿਵੇਂ ਆਇਤੁੱਲਾ ਖਮੈਨੀ ਹੁੰਦੇ ਸੀ, ਜੀ ਇੱਕ ਸਰਕਾਰ, ਉਸ ਦੇ ਉੱਪਰ ਇੱਕ ਰੂਹਾਨੀ ਆਗੂ। ਰੂਹਾਨੀ ਆਗੂ ਜਿਹੜੇ ਹੋਣਗੇ ਹੈਬਤੁੱਲਾ ਅਖੁੰਦਜ਼ਾਦਾ, ਜੀ ਇਹ ਉਹਨਾਂ ਦੇ ਰੂਹਾਨੀ ਆਗੂ ਹੋਣਗੇ ਜਿਹੜੇ ਗਵਰਨਿੰਗ ਕੌਂਸਲ ਦੇ ਹੈੱਡ ਹੋਣਗੇ। ਤੇ ਉਸ ਦੇ ਥੱਲੇ ਪ੍ਰੈਜ਼ੀਡੈਂਟ ਜਿਹੜੇ ਨੇ ਉਹ ਅਬਦੁਲ ਗਨੀ ਮੁੱਲਾ ਬਰਾਦਰ, ਮੁੱਲਾ ਅਬਦੁਲ ਗਨੀ ਬਰਾਦਰ, ਇਹ ਹੋਣਗੇ ਜੀ। ਇਹਨਾਂ ਦੇ ਨਾਲ 3 ਹੋਰ ਡਿਪਟੀ ਹੋਣਗੇ, 2 ਹੋਰ ਡਿਪਟੀ ਹੋਣਗੇ, ਜਿਨ੍ਹਾਂ ਵਿੱਚੋਂ ਇੱਕ ਜਿਹੜਾ ਹੈ ਮੁੱਲਾ ਉਮਰ ਦਾ ਲੜਕਾ ਹੈ ਜੀ ਆਵਾਲਵੀ ਯਾਕੂਬ, ਤੇ ਜਿਹੜਾ ਦੂਸਰਾ ਹੈ ਉਸ ਦੇ ਪ੍ਰਤੀ ਭਾਰਤ ਦੀਆਂ ਚਿੰਤਾਵਾਂ ਬਹੁਤ ਨੇ। ਜੀ ਹਾਲਾਂਕਿ ਮੁੱਲਾ ਉਮਰ ਦੇ ਮੁੰਡੇ ਪ੍ਰਤੀ ਵੀ ਰਹਿਣਗੀਆਂ। ਜਿਹੜਾ ਦੂਸਰਾ ਹੈ ਉਸ ਦਾ ਨਾਮ ਹੈ ਸਿਰਾਜੁਦੀਨ ਹੱਕਾਨੀ। ਜੀ ਹੱਕਾਨੀ ਨੈਟਵਰਕ ਇੱਕ ਅੱਤਵਾਦੀ ਸੰਗਠਨ ਹੈ ਤੇ ਇਹ ਉਹਦਾ ਹੈੱਡ ਹੈ। ਜੀ ਵੈਸੇ ਤੇ ਤਾਲਿਬਾਨ ਨੂੰ ਵੀ ਅੱਤਵਾਦੀ ਸੰਗਠਨ ਭਾਰਤ ਨੇ ਐਲਾਨਿਆ ਹੋਇਆ ਹੈ ਜੀ ਆਪਣੇ ਪਿਛਲੇ ਡਾਕੂਮੈਂਟ ਦੇ ਹਿਸਾਬ ਨਾਲ। ਜੀ ਤਾਲਿਬਾਨ ਨਾਲ ਗੱਲਬਾਤ ਤੋਂ ਬਾਅਦ ਆਪਣੇ ਦੇਸ਼ ਦੇ ਵਿੱਚ ਵੀ ਕਈ ਲੋਕਾਂ ਨੇ ਆਵਾਜ਼ ਉਠਾਈ ਹੈ, ਜਿਨ੍ਹਾਂ ਵਿੱਚੋਂ ਇੱਕ ਉਮਰ ਅਬਦੁੱਲਾ ਨੇ, ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ। ਜੀ ਉਹ ਕਹਿੰਦੇ ਨੇ ਕਿ ਹੁਣ ਅੱਤਵਾਦੀਆਂ ਨਾਲ ਗੱਲਬਾਤ ਸ਼ੁਰੂ ਕਰ ਲਈਏ ਤੁਸੀਂ। ਉਹ ਇਸ਼ਾਰਾ ਆਪਣੇ ਵੱਲ ਕਰ ਰਹੇ ਨੇ ਜੀ ਕਿ ਸਾਡਾ ਜਿਹੜਾ ਇੱਕ ਅਲਾਇੰਸ ਹੈ, ਗੁਪਕਾਰ ਗੱਠਜੋੜ ਹੈ, ਜਦੋਂ ਤੁਸੀਂ ਇਹਨਾਂ ਨੂੰ ਇੱਕ ਗੁਪਕਾਰ ਗੈਂਗ ਕਹਿੰਦੇ ਸੋ, ਅੱਤਵਾਦੀਆਂ ਦਾ ਗੱਠਜੋੜ ਕਹਿੰਦੇ ਸੀ, ਤੇ ਸਾਡੇ ਨਾਲ ਗੱਲਬਾਤ ਬੰਦ ਕੀਤੀ ਹੋਈ ਸੀ ਤੇ ਸਾਨੂੰ ਘਰਾਂ 'ਚ ਨਜ਼ਰਬੰਦ ਕੀਤਾ ਹੋਇਆ ਸੀ। ਗੱਲਬਾਤ ਭਾਵੇਂ ਸਾਡੇ ਨਾਲ ਵੀ ਤੋਰ ਲਈ ਹੈ, ਪਰ ਤਾਲਿਬਾਨ ਨਾਲ ਤੁਸੀਂ ਜਰਾ ਸਟੇਟਸ ਤੇ ਕਲੀਅਰ ਕਰੋ ਕਿ ਕੀ ਹੈ, ਕਿ ਅਜੇ ਵੀ ਉਹ ਅੱਤਵਾਦੀ ਸੰਗਠਨ ਹੈ ਜਾਂ ਹੁਣ ਸਰਕਾਰ ਦੇ ਤੌਰ ਤੇ ਉਹਨਾਂ ਨੂੰ ਤੁਸੀਂ ਮਾਨਤਾ ਦੇ ਰਹੇ ਹੋ। ਭਾਰਤ ਸਰਕਾਰ ਨੇ ਇਹ ਤਾਂ ਨਹੀਂ ਕਿਹਾ ਕਿ ਅਸੀਂ ਸਰਕਾਰੀ ਤੌਰ ਤੇ ਉਹਨਾਂ ਨੂੰ ਮਾਨਤਾ ਦੇ ਰਹੇ ਹਾਂ, ਪਰ ਅੱਤਵਾਦੀ ਸੰਗਠਨ ਕਹਿਣ ਤੋਂ ਵੀ ਥੋੜ੍ਹਾ ਜਿਹਾ ਪਿੱਛੇ ਆਪਣਾ ਹੱਥ ਰੋਕ ਲਿਆ ਤੇ ਗੱਲਬਾਤ ਉਹਨਾਂ ਨਾਲ ਜਾਰੀ ਰੱਖੀ। ਸ਼ਾਇਦ ਇਹਨਾਂ ਨੂੰ ਉੱਥੇ ਫਸੇ ਹੋਏ ਭਾਰਤੀਆਂ ਦਾ ਫਿਕਰ ਹੈ ਤੇ ਭਾਰਤ ਨਾਲ ਜੁੜੇ ਹੋਏ ਜਿੰਨੇ ਵੀ ਸਰੋਕਾਰ ਨੇ ਸਾਰਿਆਂ ਨੂੰ ਕਿਸੇ ਤਰੀਕੇ ਸੁਲਝਾਉਣ ਦੀ ਅਜੇ ਵੀ ਕੋਸ਼ਿਸ਼ ਕਰ ਰਹੇ ਨੇ। ਹੁਣ ਤਾਲਿਬਾਨ ਦੀ ਜਿਹੜੀ ਇੱਕ ਸਰਕਾਰ ਹੈ, ਇਹ 1-2 ਦਿਨਾਂ ਦੇ ਵਿੱਚ ਇਸ ਦਾ ਗਠਨ ਹੋ ਜਾਣਾ, ਪਰ ਇਸ ਪ੍ਰਤੀ ਦੁਨੀਆ ਦੇ ਜਿਹੜੇ ਮਾਹਰ ਨੇ ਉਹ ਤਾਂ ਇਹੋ ਹੀ ਕਹਿ ਰਹੇ ਨੇ ਕਿ ਇਹਨਾਂ ਦੇ ਲਫ਼ਜ਼ਾਂ ਤੇ ਵਿਸ਼ਵਾਸ ਕਰਨਾ ਸਾਡਾ ਕੰਮ ਨਹੀਂ। ਅਸੀਂ ਇਹ ਵਿਸ਼ਵਾਸ ਕਦੇ ਨਹੀਂ ਕਰਾਂਗੇ ਕਿ ਕੀ ਕਹਿ ਰਹੇ ਨੇ, ਬਲਕਿ ਅਸੀਂ ਇਹਨਾਂ ਦੇ ਕੰਮ ਦੇਖਣੇ ਨੇ, ਆਉਣ ਵਾਲੇ ਦਿਨਾਂ ਵਿੱਚ ਕੀ ਕੀ ਚੰਦ ਚਾੜਦੇ ਨੇ ਤੇ ਕਿਸ ਤਰ੍ਹਾਂ ਦੇ ਕੰਮ ਕਰਦੇ ਨੇ।
ਜਿਨ੍ਹਾਂ ਵਿੱਚ ਔਰਤਾਂ ਦੇ ਹੱਕਾਂ ਦੀ ਰਾਖੀ ਦੀ ਗੱਲ ਹੈ, ਮਨੁੱਖੀ ਅਧਿਕਾਰਾਂ ਦੀ ਗੱਲ ਹੈ, ਔਰਤਾਂ ਦੀ ਸਿੱਖਿਆ ਦੀ ਗੱਲ ਹੈ, ਦੁਨੀਆ ਦੇ ਵਿੱਚ ਅੱਤਵਾਦ ਨੂੰ ਵਧਾਉਣ ਦੀ ਗੱਲ ਹੈ, ਤੇ ਕੂਟਨੀਤਿਕ ਸਬੰਧ ਇਹ ਕਿਹੜੇ-ਕਿਹੜੇ ਦੇਸ਼ਾਂ ਨਾਲ ਕਿਹੋ ਜਿਹਾ ਰੱਖਦੇ ਨੇ, ਉਹ ਸਾਰੀਆਂ ਗੱਲਾਂ ਤੇ ਅਸੀਂ ਵਿਚਾਰ ਕਰਕੇ ਫਿਰ ਇਹਨਾਂ ਨੂੰ ਕੁਝ ਜਿਹੜੀ ਹੈ ਮਾਨਤਾ ਦੇਣ ਦੀ ਗੱਲ ਕਰਾਂਗੇ ਜੀ। ਹੁਣ ਇੱਕ ਹੋਰ ਗੱਲ ਹੈ ਕਿ ਉਹਨਾਂ ਨੇ ਆਪਣੇ ਦੇਸ਼ ਦਾ ਨਾਮ ਬਦਲ ਦਿੱਤਾ ਹੈ ਜੀ। ਇਸਲਾਮਿਕ ਐਮੀਰੇਟ ਆਫ ਅਫਗਾਨਿਸਤਾਨ ਉਸ ਦਾ ਨਾਮ ਰੱਖ ਦਿੱਤਾ ਜੀ। ਹੁਣ ਇਹ ਵੀ ਦੱਸਿਆ ਜਾ ਰਿਹਾ ਕਿ ਵਿਦੇਸ਼ੀ ਇਮਦਾਦ ਤੇ ਬੰਦ ਹੋ ਚੁੱਕੀ ਹੈ ਅਫਗਾਨਿਸਤਾਨ ਦੀ, ਜੀ। ਪਰ ਅਮਰੀਕਾ ਦੇ ਕੰਟਰੋਲ ਦੇ ਵਿੱਚ ਅਫਗਾਨੀ ਪੈਸਾ ਅਜੇ ਬਹੁਤ ਪਿਆ ਹੋਇਆ। ਅਮਰੀਕਾ ਨੇ ਉਹ ਰੋਕ ਲਿਆ। ਉਹ ਫੰਡ ਅਫਗਾਨਿਸਤਾਨ ਦੇ ਨੇ, ਕਿੰਨੇ ਨੇ 10 ਬਿਲੀਅਨ ਅਮਰੀਕਨ ਡਾਲਰ ਨੇ ਜਿਹੜੇ ਨੇ ਅਮਰੀਕਾ ਨੇ ਜ਼ਬਤ ਕੀਤੇ ਹੋਏ ਨੇ ਜੀ। ਔਰ ਉਹਨਾਂ ਨੂੰ ਰੋਕ ਕੇ ਰੱਖਿਆ ਗਿਆ ਤੇ ਹੁਣ ਹੌਲੀ ਹੌਲੀ ਉਹਨਾਂ ਨੂੰ ਕੱਢਣ ਦੀ ਗੱਲ ਜਿਹੜੀ ਆ ਉਹ ਤੋਰੀ ਜਾ ਰਹੀ ਹੈ। ਤਾਲਿਬਾਨ ਵਾਲੇ ਕਹਿ ਰਹੇ ਨੇ ਕਿ ਸਾਡੇ ਪੈਸੇ ਸਾਨੂੰ ਦੇ ਦਿਓ, ਹੁਣ ਅਸੀਂ ਵਰਤੀਏ, ਸਾਨੂੰ ਲੋੜ ਹੈ ਲੋਕਾਂ ਤੇ, ਮਹਿੰਗਾਈ ਦਿਨੋਂ ਦਿਨ ਵੱਧ ਰਹੀ ਹੈ, ਲੋਕਾਂ ਦੀਆਂ ਜ਼ਰੂਰਤਾਂ ਵੱਧ ਰਹੀਆਂ ਨੇ, ਸਾਡੀ GDP ਸ਼ਰਿੰਕ ਹੋ ਜਾਵੇਗੀ, ਸਾਡਾ ਬਣੇਗਾ ਕੀ, ਸਾਨੂੰ ਪੈਸੇ ਦੀ ਲੋੜ ਹੈ, ਲੋਕਾਂ ਦੀ ਸਿਹਤ ਤੇ ਖਰਚਣੇ ਨੇ, ਹੋਰ ਚੀਜ਼ਾਂ ਦੇ ਖਰਚਣੇ ਨੇ, ਇਕਨੋਮੀ ਡਾਊਨ ਜਾ ਰਹੀ ਹੈ। ਅਮਰੀਕਾ ਵਾਲੇ ਆਪਣੇ ਮਾਹਿਰ ਕਹਿ ਰਹੇ ਨੇ ਕਿ ਇਹਨਾਂ ਨੂੰ ਜ਼ਿਆਦਾ ਇਕੱਠੇ ਪੈਸੇ ਨਹੀਂ ਦੇਣੇ, ਇਹਨਾਂ ਨੂੰ ਇੱਕ ਮਹੀਨੇ ਦਾ 100 ਮਿਲੀਅਨ ਤੋਂ 125 ਮਿਲੀਅਨ ਪਾਕਟ ਮਨੀ ਜਿਹੜੀ ਹੈ ਤੁਸੀਂ ਦੇਈ ਜਾਓ, ਜਿਹਦੇ ਨਾਲ ਆਪਣਾ ਕੰਮ ਇਹ ਚਲਾ ਲੈਣ ਤੇ ਉਸ ਤੋਂ ਬਾਅਦ ਫਿਰ ਜਿਵੇਂ ਜਿਵੇਂ ਅੱਗੇ ਕੰਮ ਵਧਾਉਣਗੇ ਫਿਰ ਇਹਨਾਂ ਨੂੰ ਹੋਰ ਫੰਡ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਹੁਣ ਇਹ ਸਥਿਤੀ ਅਫਗਾਨਿਸਤਾਨ ਦੀ ਹੈ। ਅਫਗਾਨਿਸਤਾਨ ਦੇ ਵਿੱਚ ਚੀਨ, ਪਾਕਿਸਤਾਨ ਤੇ ਈਰਾਨ, ਇਹਨਾਂ ਦੀ ਦਖਲਅੰਦਾਜ਼ੀ ਕਿਹੋ ਜਿਹੀ ਕਿੰਨੀ ਹੋਵੇਗੀ, ਇਸ ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ। ਭਾਰਤ ਨੇ ਆਪਣੀ ਚਿੰਤਾ ਜ਼ਾਹਰ ਕਰਦੇ ਹੋਏ ਇੱਕ ਗੱਲ ਕੀਤੀ ਹੈ ਕਿ ਅਫਗਾਨਿਸਤਾਨ ਦੇ ਵਿੱਚ ਇੱਕ ਹਵਾਈ ਅੱਡਾ ਹੈ ਜਿਸ ਤੇ ਚੀਨ ਆਪਣਾ ਕੰਟਰੋਲ ਕਰਨ ਦਾ ਯਤਨ ਕਰ ਰਿਹਾ ਹੈ। ਜੇ ਉਹ ਕਰਦਾ ਹੈ ਤੇ ਇਸ ਨੂੰ ਇਸ ਖਿੱਤੇ ਦੇ ਵਿੱਚ ਰਹਿ ਕੇ ਹੋਰਨਾਂ ਮੁਲਕਾਂ ਦੇ ਖਿਲਾਫ ਵਰਤਣ ਦਾ ਉਹ ਯਤਨ ਕਰ ਸਕਦਾ ਹੈ। ਭਾਰਤ ਦੇ ਤੌਖਲੇ ਕਿੰਨੇ ਕੁ ਜਾਇਜ਼ ਨੇ, ਕਿੰਨੇ ਕੁ ਸਹੀ ਨੇ, ਸਮੇਂ ਦੀ ਹਿੱਕ ਦੇ ਵਿੱਚ ਸਾਰਾ ਕੁਝ ਲੁਕਿਆ ਹੋਇਆ ਜੀ। ਤੇ ਕੁਲਦੀਪ ਜੀ, ਗੱਲ ਉਸ ਮੁੱਦੇ ਦੀ ਕਰਦੇ ਹਾਂ ਜਿਹਨੂੰ ਲੋਕ ਕੁੰਭ ਦਾ ਮੇਲਾ ਕਹਿੰਦੇ ਨੇ ਤੇ ਉੱਥੇ ਜਾ ਕੇ ਪਵਿੱਤਰ ਨਦੀਆਂ ਇਸ਼ਨਾਨ ਕਰਕੇ ਆਪਣੇ ਪਾਪ ਧੋਂਦੇ ਨੇ। ਪਰ ਇਹ ਜਿਹੜਾ ਪਿਛਲੇ ਸਾਲ ਮਤਲਬ 2 ਸਾਲ ਪਹਿਲਾਂ ਕੁੰਭ ਮੇਲਾ ਨਿਕਲਿਆ ਨਾ, ਉਹਦੇ ਦੌਰਾਨ ਇਹੋ ਜਿਹੇ ਕਪਲੇ ਹੋਏ, ਪਾਪ ਧੋਣ ਦੇ ਕੰਮ ਦੇ ਵਿੱਚ ਪਾਪ ਹੋਣੇ ਸ਼ੁਰੂ ਹੋ ਗਏ। ਇਹ ਸਾਰਾ ਮਾਮਲਾ ਕੀ ਹੈ, ਕਿਉਂ ਕਪਲੇ ਹੋਏ ਤੇ ਕਿੱਥੇ ਕਪਲੇ ਹੋਏ? ਇਹ ਪਿਛਲੇ ਕੁਝ ਦਿਨਾਂ ਤੋਂ ਰਿਪੋਰਟਾਂ ਆਈਆਂ ਨੇ ਜਿਹੜੀਆਂ ਉਹਨਾਂ ਨੂੰ ਇੱਕ ਇਕੱਠੇ ਕਰਕੇ ਕੁਝ ਮੀਡੀਆ ਦੇ ਵਿੱਚ ਇਸ ਦੀਆਂ ਰਿਪੋਰਟਾਂ ਛਪੀਆਂ ਨੇ ਜੀ। ਇੱਕ ਪੰਜਾਬ ਦੀ ਇੱਕ ਅਖਬਾਰ ਨੇ ਇਸ ਨੂੰ ਗੰਗਾ ਦੇ ਵਿੱਚ ਭ੍ਰਿਸ਼ਟਾਚਾਰ ਦੀਆਂ ਡੁਬਕੀਆਂ ਦੱਸਿਆ ਜੀ। ਇੱਥੋਂ ਤੱਕ ਕਿ ਕੁੰਭ ਮੇਲਾ ਜਦੋਂ ਹੋਣਾ ਸੀ, ਕੋਵਿਡ ਦਾ ਦੌਰ ਸੀ, ਤੇ ਉਸ ਵਾਸਤੇ ਸਰਕਾਰ ਨੇ 5 ਕੰਪਨੀਆਂ ਨੂੰ ਠੇਕਾ ਦਿੱਤਾ ਕਿ ਤੁਸੀਂ RT-PCR ਰੈਪਿਡ ਐਂਟੀਜਨ ਟੈਸਟ ਜਿਹੜੇ ਨੇ ਲੋਕਾਂ ਦੇ ਕਰਨੇ ਨੇ ਤੇ ਕੋਵਿਡ ਟੈਸਟਿੰਗ ਵੱਡੇ ਪੱਧਰ ਤੇ ਕਰਨੀ ਹੈ ਤਾਂ ਕਿ ਮਹਾਮਾਰੀ ਅੱਗੇ ਨਾ ਫੈਲ ਸਕੇ। ਉਹ ਕੰਪਨੀਆਂ ਇਹੋ ਜਿਹੀਆਂ ਨਿਕਲੀਆਂ, ਕਿਸੇ ਨੇ ਖਿਆਲ ਰੱਖਿਆ ਨਹੀਂ, ਉਹਨਾਂ ਨੇ ਝੂਠੇ ਟੈਸਟ ਜਿਹੜੇ ਸੀ ਉਹ ਰੋਜ਼-ਰੋਜ਼ ਪਾਉਣੇ ਸ਼ੁਰੂ ਕਰ ਦਿੱਤੇ ਕਿ ਅਸੀਂ ਹਜ਼ਾਰਾਂ ਟੈਸਟ ਕੀਤੇ ਆ, ਅਸੀਂ 5000 ਟੈਸਟ ਕਰ ਦਿੱਤਾ 2 ਘੰਟਿਆਂ 'ਚ, ਅਸੀਂ 10000 ਕਰ ਦਿੱਤਾ ਇੱਕ ਦਿਨ ਦੇ ਵਿੱਚ, ਜਦ ਕਿ ਅਸਲ ਵਿੱਚ ਉਸ ਦਾ 10ਵਾਂ ਹਿੱਸਾ ਟੈਸਟ ਵੀ ਨਹੀਂ ਕੀਤੇ ਗਏ। ਇੱਥੋਂ ਤੱਕ ਕਿ ਹਰ ਦੁਆਰ ਦੇ ਵਿੱਚ ਨੈਗੇਟਿਵਿਟੀ ਰੇਟ ਜਿਹੜੀ ਸੀ ਉਹ ਕੰਪਨੀਆਂ ਵੱਲੋਂ ਕੀਤੇ ਗਏ ਟੈਸਟਾਂ ਦੇ ਵਿੱਚ 0.18% ਦਿਖਾਈ ਗਈ, 0.18%, ਜਦ ਕਿ ਅਸਲ ਦੇ ਵਿੱਚ ਉਹ 5% ਤੋਂ ਵੀ ਵੱਧ ਸੀ। ਇਸ ਤੋਂ ਇਲਾਵਾ ਵੱਡੀਆਂ ਪੇਮੈਂਟਾਂ ਦਿੱਤੀਆਂ ਗਈਆਂ ਕੰਪਨੀਆਂ ਨੂੰ ਜਿਨ੍ਹਾਂ ਨੇ ਇਹ ਟੈਸਟ ਕਰਨੇ ਸਨ। ਉਹਨਾਂ ਦੇ ਗਲਤ ਨੈਗੇਟਿਵ ਰਿਪੋਰਟਾਂ ਦਾ ਨਤੀਜਾ ਇਹ ਹੋਇਆ ਕਿ ਪੈਸੇ ਤੇ ਅਜਾਈਂ ਗਏ ਲੋਕਾਂ ਵਿੱਚ ਕੋਵਿਡ ਫੈਲਦਾ ਰਿਹਾ ਤੇ ਸਰਕਾਰ ਇਹ ਸਮਝ ਕੇ ਸੁੱਤੀ ਰਹੀ ਕਿ ਕੋਵਿਡ ਤੇ ਫੈਲ ਨਹੀਂ ਰਿਹਾ। ਬਹੁਤ ਵੱਡਾ ਨੁਕਸਾਨ ਹੋਇਆ। ਕੁਝ ਲੋਕਾਂ ਨੂੰ ਪੇਮੈਂਟਾਂ ਪਹਿਲਾਂ ਇਹੋ ਜਿਹੇ ਕੰਮਾਂ ਵਾਸਤੇ ਦੇ ਦਿੱਤੀਆਂ ਜਿਹੜੇ ਕੰਮ ਪਹਿਲਾਂ ਹੀ ਹੋ ਚੁੱਕੇ ਸਨ ਜਾਂ ਪੂਰੇ ਨਹੀਂ ਹੋਏ। ਇੱਕ ਅੰਦਾਜ਼ੇ ਮੁਤਾਬਕ ਇਸ ਮੇਲੇ ਵਿੱਚ 2400 ਕਰੋੜ ਖਰਚਿਆ ਗਿਆ, ਜਿਸ ਵਿੱਚੋਂ 1281 ਕਰੋੜ ਜਿਹੜਾ ਸੀ ਕੇਂਦਰ ਸਰਕਾਰ ਨੇ ਦਿੱਤਾ ਤੇ ਬਾਕੀ ਰਾਜ ਸਰਕਾਰਾਂ ਨੇ ਖਰਚਿਆ। ਜ਼ਮੀਨ ਪੱਧਰੀ ਕਰਨ ਲਈ 32 ਟਰੈਕਟਰ ਜਿਹੜੇ ਸੀ ਉਹ ਖਰੀਦੇ ਗਏ, ਜਿਨ੍ਹਾਂ ਦੇ ਬਾਰੇ ਇਹ ਦੱਸਿਆ ਜਾਂਦਾ ਹੈ ਕਿ ਉਹਨਾਂ ਦੇ ਜਿਹੜੇ ਨੰਬਰ ਪਾਏ ਗਏ ਖਰਚਿਆਂ ਦੇ ਵਿੱਚ ਉਹ ਨੰਬਰ ਬੋਗਸ ਸਨ ਬਹੁਤੇ। ਉਹ ਕੋਈ ਮੋਪੇਡ ਦਾ ਹੈ, ਕੋਈ ਮੋਟਰਸਾਈਕਲ ਦਾ ਹੈ, ਕੋਈ ਕਾਰ ਦਾ ਹੈ, ਕੋਈ ਟਰੱਕ ਦਾ ਹੈ, ਉਹ ਟਰੈਕਟਰਾਂ ਦੇ ਨੰਬਰ ਹੀ ਨਹੀਂ ਆ। ਬੈਰੀਕੇਡ ਲਾਉਣ ਵਾਸਤੇ ਜਿਹੜੀ ਕੰਪਨੀ ਨੂੰ ਠੇਕਾ ਦਿੱਤਾ ਗਿਆ ਉਸ ਨੂੰ 34 ਕਰੋੜ ਦੀ ਬਿਨਾਂ ਮਤਲਬ ਤੋਂ ਪੇਮੈਂਟ ਦੇ ਦਿੱਤੀ ਗਈ। ਇਸ ਤੋਂ ਇਲਾਵਾ ਮੇਲੇ ਦੌਰਾਨ ਕੂੜਾ ਚੁੱਕਣ ਲਈ 13 ਕਰੋੜ 27 ਲੱਖ ਦੇ 27
40 ਟਰੈਕਟਰ ਟਰਾਲੀਆਂ ਖਰੀਦੇ ਗਏ ਜੀ ਜਦ ਕਿ 15 ਨਗਰ ਨਿਗਮ ਕੋਲ ਪਹਿਲਾਂ ਮੌਜੂਦ ਸੀ। ਜੀ ਜਦੋਂ ਇਹਨਾਂ ਦਾ ਬਾਅਦ ਵਿੱਚ ਹਿਸਾਬ ਕਿਤਾਬ ਲਾਇਆ ਗਿਆ ਤਾਂ ਇਹਨਾਂ ਵਿੱਚੋਂ ਬਹੁਤੇ ਟਰੈਕਟਰ ਜਿਹੜੇ ਸੀ ਉਹ ਦਿਨ ਵਿੱਚ 1 ਘੰਟਾ ਤੋਂ ਵੱਧ ਵੀ ਨਹੀਂ ਚੱਲੇ। ਜੀ ਭਾਵ ਕਿ 10 ਟਰੈਕਟਰਾਂ ਨਾਲ ਸਾਰਾ ਕੰਮ ਚੱਲ ਸਕਦਾ ਸੀ, ਜਿੱਥੇ 55 ਟਰੈਕਟਰ ਟਰਾਲੀਆਂ ਲਿਆ ਕੇ ਖੜੇ ਕਰ ਲਏ ਗਏ। ਜੀ ਇਸੇ ਤਰ੍ਹਾਂ ਟਾਇਲਟ ਖਰੀਦਣ ਦੇ ਮਾਮਲੇ ਦੇ ਵਿੱਚ ਜਿਹੜੀਆਂ ਕੰਪਨੀਆਂ ਨੂੰ ਠੇਕੇ ਦਿੱਤੇ ਗਏ ਬਦਲ ਕੇ ਦੂਸਰੀਆਂ ਕੰਪਨੀਆਂ ਨੂੰ ਹੋਰਨਾਂ ਨੂੰ ਦੇ ਦਿੱਤੇ ਗਏ ਜੀ ਤੇ ਉਹਨਾਂ ਦੇ ਵਿੱਚ 27 ਕਰੋੜ ਦੀਆਂ ਪੇਮੈਂਟਾਂ ਆਪਣੇ ਚਹੇਤਿਆਂ ਨੂੰ ਜਿਹੜੀਆਂ ਸੀ ਉਹ ਦਿੱਤੀਆਂ ਗਈਆਂ। ਜੀ ਇਸ ਤਰ੍ਹਾਂ ਦੇ ਇੱਕ ਵੱਡੀ ਲਿਸਟ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ ਕਿ ਇਸ ਤਰ੍ਹਾਂ ਦੇ ਵੱਡੇ ਫਰਾਡ ਕੁੰਭ ਮੇਲੇ ਦੇ ਦਰਮਿਆਨ ਜਿਹੜੇ ਆ ਉਹ ਹੋਏ ਆ ਔਰ ਸਾਰਾ ਕੁਝ ਸਰਕਾਰ ਦੇ ਨੱਕ ਦੇ ਥੱਲੇ ਹੋਇਆ ਤੇ ਸਰਕਾਰ ਇਸ ਦੀ ਜਾਂਚ ਕਰਨ ਦੀ ਬਜਾਏ ਇਸ ਨੂੰ ਦੱਬਣ ਦੇ ਰੌਂ ਦੇ ਵਿੱਚ ਜਾਪ ਰਹੀ ਹੈ ਤਾਂ ਕਿ ਸਰਕਾਰ ਦੀ ਬਦਨਾਮੀ ਨਾ ਹੋਵੇ। ਜੇ ਇਹ ਫਰਾਡ ਜਿਹੜਾ ਹੈ ਇੰਨਾ ਵੱਡਾ ਹਜ਼ਾਰਾਂ ਕਰੋੜਾਂ ਦਾ ਇਹ ਸਾਹਮਣੇ ਆ ਜਾਂਦਾ ਹੈ ਤੇ ਯੂਪੀ ਦੇ ਇਤਿਹਾਸ ਦਾ ਸਭ ਤੋਂ ਵੱਡਾ ਫਰਾਡ ਹੋ ਸਕਦਾ ਹੈ। ਤੇ ਕੁਲਦੀਪ ਜੀ ਇਹ ਮੁੱਦਾ ਹੋਰ ਵੀ ਵਿਸਥਾਰ ਮੰਗਦਾ ਹੈ, ਪਰ ਅੱਜ ਦੇ ਪ੍ਰੋਗਰਾਮ ਦਾ ਸਮਾਂ ਮੁੱਕ ਗਿਆ ਹੈ। ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਅੱਜ ਦੇ ਵਿਚਾਰ ਚਰਚਾ ਦੇ ਇਸ ਅੰਕ ਨਾਲ ਜੁੜਨ ਲਈ। ਨਵੇਂ ਮੁੱਦਿਆਂ ਤੋਂ ਨਾਲ ਫਿਰ ਤੋਂ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।